जी के जीवना राम गुसैया जी के जीवना गुसैया जी के जीवना राम गुसैया जी के जीवना मोह ना बिसारो मोह ना बिसारो मैं जन तेरा राम गुसैया जी के जीवना राम गुसैया जी के जीवना सो निहाल बोले सो निर्भय। परम सत्कारयोग गुरु साध संगत जी, आप जी जनतक टीवी द्वारा सारिया विश्व भर ਦੀਆਂ ਸੰਗਤਾਂ देख रही ने। संत बाबा प्रीतम दास मैमोरीअल चैरिटेबल हॉस्पिटल पिंड रायपुर रसूलपुर जो बेगल परिवार वालों सरदार सुच्चा सिंह जी बेगल परिवार वालों 22 तरीक ਨੂੰ कैंप लगाया गया सी और कल 23 तरीक ਨੂੰ जिन्हां मरीज़ों के ट्रीटमेंट होए आ और लेंस पाए गए आ और मैडिकल पूरी तरह कोरोना वायरस के मुख रखद्या होया उन्होंने भी टैसट किए गए और मैडिकल सारा करके उपरंत फ्री लेंस पाए गए सारी संगत दे। और जिन्हों ने लेंस पाए वो थोड़े सामने सारे जिन्हों ने मालक की कृपा हुई आ तो वो थोड़े सामने हाज़र आ। तो बेगल परिवार ਨੂੰ ਅਸੀਂ बहुत बहुत मुबारक ਦਿੰਦੇ ਆ और जितनी भी संगतां ने इस ਵਿੱਚ सहयोग दिता ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ और गुरु पातशाह ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਾਂਗੇ ਕਿ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਧਾਰ। ਪਾਤਸ਼ਾਹ ਕਿਰਪਾ ਕਰੋ ਇਹ ਸਾਨੂੰ ਸੇਵਾ ਬਖਸ਼ਿਸ਼ ਕਰੋ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ और ਸਾਰੇ ਹੀ ਵਿਸ਼ਵ ਭਰ ਦੇ ਵਿੱਚ ਸੁਖ ਸ਼ਾਂਤੀ ਹੋਵੇ ਤਦ ਹੀ ਕਰ ਸਕਦੇ ਆ। तो ਅਸੀਂ ਮਾਲਕ ਦੇ ਚਰਨਾਂ 'ਚ ਵੀ ਅਰਦਾਸ ਕਰਦੇ ਆ गुरु पातशाह सब ਨੂੰ शांति देवे और विश्व भर में शांति होवे। ਆਪਾਂ ਸਾਰੇ ਹੀ ਰਲ ਮਿਲ ਕੇ ਇਸ ਸੰਸਾਰ ਦਾ ਜੋ ਮਾਲਕ ਨੇ ਸਾਨੂੰ ਦੱਸਿਆ ਕਿ ਇਹ ਨੇਤਰੋ ਮੇਰੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਤੇ ਜੇ ਪਰਮਾਤਮਾ ਦਾ ਇਹ ਰੂਪ ਹੈ ਤਾਂ ਆਪਾਂ ਉਹਦੀ ਪੂਜਾ ਕਰੀਏ ਆਪਾਂ ਉਹਦੀ ਸੇਵਾ ਕਰੀਏ ਤੇ ਆਪਣਾ ਜੀਵਨ ਸਫਲ ਕਰੀਏ। ਤੇ ਜਿਸ ਤਰ੍ਹਾਂ ਸਰਦਾਰ ਸੁੱਚਾ ਸਿੰਘ ਬੇਗਲ ਨੇ ਆਪਣੀ ਕਿਰਤ ਕਮਾਈ ਵਿੱਚੋਂ ਭਾਵੇਂ ਉਹ ਸਾਡੇ ਵਿੱਚ ਸਰੀਰ ਕਰਕੇ ਨਹੀਂ ਆ ਲੇਕਿਨ ਉਹ ਮਨ ਕਰਕੇ ਇੱਥੇ ਹੀ ਹੈ ਔਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਲੋਕਾਂ ਨੇ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਇਸ ਕੈਂਪ ਦੇ ਵਿੱਚ ਹਿੱਸਾ ਪਾਇਆ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਕਿਉਂਕਿ ਆਪਾਂ ਇੱਥੇ ਬੈਠੇ ਹਾਂ ਆਪਾਂ ਨੂੰ ਤਾਂ ਇਸ ਵੇਲੇ ਪਰੇਸ਼ਾਨੀ ਪਈ ਹੋਈ ਆ ਆਪਣੇ ਸਾਰੇ ਜਿਤਨੇ ਵੀ ਆਪਾਂ ਲੋਕ ਆ ਆਪਣਾ ਰੋਟੀ ਪਾਣੀ ਦਾ ਮੁਸ਼ਕਿਲ ਹੋਇਆ ਆ ਪਰ ਉਹ ਲੋਕ ਤੁਹਾਡਾ ਦੇਖਦੇ ਤੁਸੀਂ ਤੰਦਰੁਸਤ ਰਹੋ ਤੇ ਤੁਹਾਡੇ ਵਾਸਤੇ ਉਹਨਾਂ ਨੇ ਜਿਨ੍ਹਾਂ ਨੇ ਯਤਨ ਕੀਤਾ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਇਸ ਕਾਰਜ ਲਈ ਇਸ ਯੱਗ ਦੇ ਵਿੱਚ ਉਹਨਾਂ ਨੇ ਆਪਣੀਆਂ ਆਹੁਤੀਆਂ ਪਾਈਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ और गुरु महाराज के चरणों 'ਚ फिर अरदास करते हैं। अगला प्रोग्राम जो है साडा अज ये जितने भी साडे सेहत विभाग वालों उन्होंने क्योंकि सेहत विभाग का असी पहला 200 कर देंगे सी एक दिन दे विच 200 150 ऑपरेशन कर देंगे सी पर हुण असी मजबूर हो गए कि सानू 30 तो ज़्यादा नहीं करने असी 30 तो ज़्यादा नहीं कर सकते और करोना टैसट जो तक सानू उधरों उन्हों का आदेश नहीं आता कि सारे सैट है उन्ना चिर असी काम ही नहीं शुरू कर सकते अंदर ऑपरेशन नहीं कर सकते पर जो सानू मैसेज आया उस वेले असी सारे इन्हों का ट्रीटमेंट किया गया और बड़ी खुशी की गल है कि साढ़े जिन्ने मरीज जिन्हों ने लेंस पाया सारे तंदुरुस्त आ इन्हां ते मालक की कृपा है सारिਆਂ ਦੇ सारी रोगी का प्रभ खंडो रोग दुखी का मटावो प्रभ सोग ये सारे ही मालक की कृपा के नाल सारे टैसट विचों कामयाब निकले आ इस करके इन्हां दे सारे होए आ और हुण असी जिहड़े
ਅੱਜ ਸਿਲੈਕਟ ਕਰਨੇ ਆ, ਉਹਨਾਂ ਦਾ ਸ਼ਾਮ ਨੂੰ ਆਪਰੇਸ਼ਨ ਹੋਏਗਾ ਔਰ ਉਹਨਾਂ ਦੇ ਲੈਂਸ ਪਾਏ ਜਾਣਗੇ। ਉਹਨਾਂ ਨੂੰ ਕੱਲ੍ਹ ਨੂੰ ਛੁੱਟੀ ਮਿਲੇਗੀ। ਉਸ ਤੋਂ ਬਾਅਦ ਜਦੋਂ ਤੱਕ ਸਾਡਾ ਮਤਲਬ 250 ਦੇ ਕਰੀਬ ਸਾਡੇ ਕੋਲ ਇਸ ਵੇਲੇ ਮਰੀਜ਼ ਸਾਨੂੰ ਮਾਲਕ ਨੇ ਸੇਵਾ ਦਿੱਤੀ ਆ, ਤੇ ਅਸੀਂ ਉਹ ਥੋੜ੍ਹੇ ਕਰਕੇ ਸਾਰਿਆਂ ਦਾ ਟ੍ਰੀਟਮੈਂਟ ਕਰਨਾ। ਕੋਈ ਵੀ ਸੁਣਦਾ ਹੋਵੇ, ਕੋਈ ਦੇਖਦਾ ਹੋਵੇ, ਇਹ ਨਾ ਕਹੇ ਕਿ ਸਾਨੂੰ ਬਹੁਤ ਦੇਰ ਦਾ ਟਾਈਮ ਦਿੱਤਾ, ਸਾਡੇ ਸ਼ਹਿਰੇ ਵਾਰੀ ਨਹੀਂ ਆਉਣੀ। ਇੱਕ ਸਾਡੇ ਬੱਚੇ ਉੱਥੇ ਅਸੀਂ ਉਹਨਾਂ ਨੂੰ ਕਿਹਾ ਲੰਗਰ ਛਕ ਲਓ, ਤੇ ਮਾਤਾ ਕਹਿੰਦੀ ਕੋਈ ਨਹੀਂ, ਮੈਂ ਸ਼ਬਦ ਸੁਣਨਾ ਹਜੇ, ਤੇ ਮੈਂ ਬਾਣੀ ਸੁਣ ਕੇ ਫੇਰ ਕਰ ਦਿਓ। ਫੇਰ 2 ਵਾਰੀ ਉਹ ਬੱਚਾ ਨਾ ਉਹਨੂੰ ਜਿੱਦ ਕਰੇ, ਕਹਿੰਦਾ ਮੰਮ ਚਲੋ ਰਸੋਈ ਚੱਲੀਏ, ਚਲੋ ਆਪਾਂ ਲੰਗਰ ਚੱਲੀਏ। ਉਹ ਕਹਿੰਦੇ ਬੇਟਾ ਬਹਿ ਜਾ, ਆਪਾਂ ਛਕਦੇ ਆ, ਕੋਈ ਨਹੀਂ ਚੱਲਦੇ ਆ। ਕਹਿੰਦੇ ਫੇਰ ਮੁੱਕ ਜਾਊਗਾ, ਫੇਰ ਜਾਊਗੀ, ਉੱਠੂਗੀ ਤੂੰ। ਇਸ ਕਰਕੇ ਇਹਨਾਂ ਦੇ ਦਿਲ 'ਚ ਕਿਸੇ 'ਚ ਨਹੀਂ ਹੋਣਾ ਕਿ ਇਹ ਸ਼ਾਇਦ ਇਹ ਕੰਮ ਕੋਈ ਮੇਰੀ ਬਾਰੀ ਨਾ ਰਹਿ ਜਾਵੇ। ਜਿਸ ਤਰ੍ਹਾਂ ਦਾ ਵੀ ਕੋਈ ਟ੍ਰੀਟਮੈਂਟ ਹੈਗਾ, ਕੋਈ ਅੱਖਾਂ ਸਾਫ਼ ਕਰਾਉਣੀਆਂ ਜਾਂ ਕੁਝ ਵੀ ਹੈਗਾ, ਅੱਖਾਂ ਦੀ ਕੋਈ ਪਰੇਸ਼ਾਨੀ ਆ, ਉਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਲਿਖ ਦਿੱਤਾ ਉੱਦਾਂ ਹੀ ਹੋਏਗਾ। ਪਰ ਇਹ ਆ ਵੀ ਇੱਕ ਥੋੜ੍ਹੀ ਵੇਟ ਕਰਨੀ ਪਊਗੀ 1-2 ਦਿਨ ਲਈ। ਕਿਸੇ ਨੇ ਡਾਕਟਰ ਸਾਹਿਬ ਨੇ ਆਪਣੇ ਹਿਸਾਬ ਦੇ ਅਨੁਸਾਰ ਔਰ ਸਾਨੂੰ ਜਿੱਦਾਂ ਹਦਾਇਤਾਂ ਹੈ ਸਿਹਤ ਵਿਭਾਗ ਵੱਲੋਂ, ਤੇ 30 ਕਰਨੇ ਆ। ਜ਼ਿਆਦਾ ਕਰਾਂਗੇ ਕਿ ਕੋਈ ਸ਼ਿਕਾਇਤ ਕਰ ਦੂਗਾ। ਚੰਗੇ ਬਾਹਰ ਦੁਨੀਆ ਜਿਹੜੀ ਹੈ ਨਾ, ਮਾੜੀ ਜਿਹੜੀ ਜਿੱਥੇ ਸੋਚ ਹੁੰਦੀ ਨਾ, ਜਿਹਨੂੰ ਆਪਾਂ ਵੀਕ ਪੁਆਇੰਟ ਜਿਹਨੂੰ ਕਹਿੰਦੇ, ਉੱਥੇ ਜ਼ਿਆਦਾ ਨਿਗਾਹ ਰੱਖਦੇ ਆ। ਤੁਸੀਂ ਭਾਵੇਂ ਕਿੱਡੇ ਪ੍ਰਧਾਨ ਮੰਤਰੀ ਬਣ ਜਾਓ, ਰਾਸ਼ਟਰਪਤੀ ਬਣ ਜਾਓ, ਪਰ ਤੁਹਾਡੀਆਂ ਕਮੀਆਂ ਦੇਖਣੀਆਂ ਲੋਕਾਂ ਨੇ। ਉਹ ਰਾਸ਼ਟਰਪਤੀ ਜਿਹੜਾ ਰਾਸ਼ਟਰ ਦੀ ਸੇਵਾ ਕਰਦਾ, ਉਹ ਨਹੀਂ ਦੇਖਣਾ ਕਿਸੇ ਵੀ, ਠੀਕ ਹੈ ਨਾ। ਇਸ ਕਰਕੇ ਹਰ ਇੱਕ ਲੋਕ ਜਿਹੜੇ ਸਾਡੀਆਂ ਕਮੀਆਂ ਦੇਖਦੇ ਆ, ਇਹ ਨਹੀਂ ਦੇਖਦੇ ਕਿ ਕਿੰਨਾ ਇਹਨਾਂ ਨੂੰ ਕਿੰਨੀ ਨਜ਼ਰ ਮਿਲਣੀ ਆ, ਕਿੰਨਾ ਨੇ ਆਪਣੇ ਜੀਵਨ 'ਚ ਸੁਖੀ ਹੋਣਾ। ਇੱਕ ਮਾਤਾ ਸਾਡੇ ਕੋਲ ਆਈ ਪਰ ਇੱਦਾਂ ਆਪਰੇਸ਼ਨ ਕਰਾਉਣ ਵਾਸਤੇ, ਉਹਦੀ ਨਿਗਾਹ ਨਹੀਂ ਸੀ। ਡਾਕਟਰ ਸਾਹਿਬ ਕਹਿੰਦੇ ਵੀ ਨਿਗਾਹ ਆ ਸਕਦੀ ਆ। ਅਸੀਂ ਕਿਹਾ ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਮਾਤਾ ਦੀ ਉਹ ਪਠਾਨਕੋਟ ਤੋਂ ਸੀ, ਤੇ ਜਿਸ ਵੇਲੇ ਅਸੀਂ ਉਹਨੂੰ ਮਾਤਾ ਨੂੰ ਪੁੱਛਿਆ, ਮਾਤਾ ਤੇਰੇ ਜੇ ਨਜ਼ਰ ਆ ਜਾਏ ਤੇ ਫਿਰ ਤੂੰ ਕੀ ਸਾਨੂੰ ਦਊਂਗੀ? ਕਹਿੰਦੇ ਮੈਂ ਸੂਟ ਦਊਂਗੀ ਤੁਹਾਨੂੰ। ਮੈਂ ਕਿਹਾ ਚੱਲ ਠੀਕ ਆ। ਉਹ ਦੂਸਰੇ ਦਿਨ ਸਵੇਰੇ ਅਸੀਂ ਜਦੋਂ ਪੱਟੀਆਂ ਖੋਲੀਆਂ, ਮਾਤਾ ਬਹੁਤ ਖੁਸ਼, ਉਹਦੀ ਨੂੰਹ ਨਾਲ ਆਈ, ਤੇ ਉਹ ਬੜੇ ਖੁਸ਼ ਹੋਏ। ਅਸੀਂ ਮਾਤਾ ਨੂੰ ਮੈਂ ਕਿਹਾ ਹੁਣ ਮਾਤਾ ਫਿਰ ਸੂਟ ਦੇ, ਕਹਿੰਦੇ ਮੈਂ ਘਰ ਜਾ ਕੇ ਦਊਂਗੀ, ਇੱਥੇ ਥੋੜ੍ਹੀ ਮੇਰੇ ਕੋਲ ਆ। ਤੇ ਉਹ ਸਾਡਾ ਉਹੀ ਸੂਟ ਆ, ਤੁਹਾਡੀ ਨਜ਼ਰ ਆ ਗਈ। ਤੇ ਉਹ ਬਜ਼ੁਰਗ ਵਿਚਾਰਾ ਪਰਾਧੀਨ ਸੀਗਾ, ਅੱਜ ਉਹ ਆਪਣੇ ਕੰਮ ਕਰਨ ਲੱਗ ਪਿਆ। ਇਸ ਕਰਕੇ ਆਪਾਂ ਮਾਲਕ ਦੇ ਚਰਨਾਂ 'ਚ ਇਹੋ ਅਰਦਾਸ ਕਰਨੀ ਹੈ ਕਿ ਸਾਰਿਆਂ ਨੂੰ ਤੰਦਰੁਸਤੀ ਔਰ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦਿਓ, ਜਿਸ ਕਰਕੇ ਆਪਾਂ ਸੰਸਾਰ ਦੇ ਵਿੱਚ ਸੁਖੀ ਰਹੀਏ। ਔਰ ਸਾਰੇ ਹੀ ਆਪਾਂ ਅਸੀਂ ਤਦ ਕਰਦੇ ਆ ਕਿ 30 ਤੋਂ ਜ਼ਿਆਦਾ ਨਹੀਂ ਕਰ ਸਕਦੇ, ਥੋੜ੍ਹੇ ਕਰਕੇ ਕਰਦੇ ਆ। ਤੇ ਕਿਸੇ ਨੇ ਇਹ ਨਹੀਂ ਕਹਿਣਾ ਕਿ ਸਾਡਾ ਟਾਈਮ ਨਹੀਂ ਆਇਆ, ਸਾਡਾ ਸਮਾਂ ਨਹੀਂ ਸਾਨੂੰ ਦਿੱਤਾ। ਤੇ ਸਾਰਿਆਂ ਦਾ ਟ੍ਰੀਟਮੈਂਟ ਹੋਣਾ ਆ, ਸਾਰਿਆਂ ਦਾ ਮੈਡੀਕਲ ਹੋਣਾ, ਉਸ ਤੋਂ ਬਾਅਦ ਸਾਰਾ ਕੁਝ ਹੋਣਾ। ਤੇ ਇਹਨਾਂ 'ਤੇ ਕਿਰਪਾ ਹੋਈ ਆ। ਅਸੀਂ ਇਹਨਾਂ ਲਈ ਵੀ ਅਰਦਾਸ ਕਰਦੇ ਆ। ਇਹ ਉਹਨਾਂ ਲਈ ਅਰਦਾਸ ਕਰ ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ ਦਿੱਤਾ। ਸੋ ਕੋ ਵਿਸਰੇ ਜਿਨ ਸਭ ਕੁਝ ਦਿਆ, ਸੋ ਕੋ ਵਿਸਰੇ ਜਿਨ ਜੀਵਨ ਜੀਆ। ਤੇ ਆਓ ਸਾਰੇ ਹੁਣ ਇਹਨਾਂ ਨੂੰ ਛੁੱਟੀ ਹੋਣੀ ਆ, ਤੇ ਇਹਨਾਂ ਨੇ ਘਰਾਂ ਨੂੰ ਜਾਣਾ। ਬਾਕੀ ਜਿਹੜੇ ਆ ਉਹ ਆਪਣਾ ਜਿਹੜੇ ਕੋਈ ਲੇਟ ਵੀ ਆਏ ਆ, ਇਹ ਨਹੀਂ ਕਿਸੇ ਨੇ ਕਹਿਣਾ ਕਿ ਅਸੀਂ ਲੇਟ ਆਏ ਸਾਡੀ ਪਰਚੀ ਨਹੀਂ ਬਣਨੀ। ਕੋਈ ਕਿਤੇ ਆ ਜਾਵੇ ਕੋਈ ਗੱਲ ਨਹੀਂ, ਜਦੋਂ ਤੱਕ ਕੈਂਪ ਚੱਲਦਾ ਨਾ, ਉਹਨਾਂ ਦੀਆਂ ਪਰਚੀਆਂ ਹੀ ਬਣਨੀਆਂ ਆ। ਉਹਨਾਂ ਨੂੰ ਸਿਲੈਕਟ ਵੀ ਕਰਨਾ, ਉਹਨਾਂ ਨੂੰ ਆਪਾਂ ਲੈਂਸ ਵੀ ਪਾਉਣੇ ਆ, ਠੀਕ ਹੈ ਨਾ। ਕਿਸੇ ਦਿਲ 'ਚ ਨਾ ਹੋਵੇ ਵੀ ਲਓ ਜੀ ਅਸੀਂ ਲੇਟ ਆਏ ਆ ਤੇ ਸਾਡਾ ਉੱਥੇ ਰਜਿਸਟਰ ਨਹੀਂ ਹੋਣਾ। ਜਦੋਂ ਵੀ ਜਿੱਥੇ ਵੀ ਕੋਈ ਹੈਗਾ ਤੁਹਾਡਾ ਮਾਈ ਭਾਈ ਕਿਤਨੇ ਵੀ ਕੋਈ ਰਿਸ਼ਤੇਦਾਰ ਹੈਗੇ ਆ, ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਲੋੜ ਆ ਉਹ ਇੱਥੇ ਆਪਣਾ ਰਜਿਸਟਰ ਕਰਾਉਣ। ਜਿੰਨਾ ਚਿਰ ਕੈਂਪ ਚੱਲਦਾ ਡਾਕਟਰ ਸਾਹਿਬ ਕਰੂੰਗੇ ਨਾ ਸਾਰਿਆਂ ਦੇ। ਬਿਲਕੁਲ ਜੀ, ਤੁਹਾਡੇ ਨਾਲ ਵਾਅਦਾ ਜੀ। ਵਾਅਦਾ ਕਰੋ ਵੀ ਹਾਂਜੀ ਬਿਲਕੁਲ ਜੀ, ਵਾਅਦਾ ਹੈ ਤੁਹਾਡੇ ਨਾਲ। ਜਿਹੜੀ ਵੀ ਪਰਚੀ ਬਣੇਗੀ, ਜੇ ਕਿਸੇ ਦਾ ਕੋਈ ਹੈਗਾ ਰਹਿੰਦਾ ਕਰਵਾਉਣ ਵਾਲਾ, ਤਾਂ ਉਹਨੂੰ ਬੁਲਾ ਲਓ ਤੇ ਅਸੀਂ ਉਹਨਾਂ ਨੂੰ ਟਾਈਮ ਦੇ ਦਾਂਗੇ। ਠੀਕ ਹੈ, ਠੀਕ ਹੈ ਨਾ। ਹੁਣ ਤਾਂ ਯਕੀਨ ਹੈ ਨਾ, ਇਹ ਝੂਠ ਨਹੀਂ ਬੋਲਦੇ ਡਾਕਟਰ ਸਾਹਿਬ। ਆਲੋ ਤੁਸੀਂ ਕੋਈ ਗੱਲਬਾਤ ਕਹਿਣੀ ਤੇ ਕਹਿ ਦਿਓ, ਫਿਰ ਆਪਾਂ ਸਮਾਪਤੀ ਕਰੀਏ। ਭੱਟੀ ਸਾਹਿਬ ਤੁਸੀਂ ਵੀ ਬੋਲ ਦਿਆ ਕਰੋ ਥੋੜਾ ਜਿਹਾ। ਅੱਜ ਬੜੀ ਖੁਸ਼ੀ ਹੋਈ ਹੈ ਕਿ ਜਿਨ੍ਹਾਂ ਨੂੰ ਕੱਲ ਸਿਲੈਕਟ ਕੀਤਾ ਡਾਕਟਰਸ ਨੇ ਆਈ ਕੈਂਪ ਦੇ ਵਿੱਚ, ਅੱਜ ਉਹਨਾਂ ਸਾਰਿਆਂ ਨੂੰ ਮਹਾਂਪੁਰਖਾਂ ਦੇ ਲੈਂਸ ਪਾਏ ਔਰ ਉਹਨਾਂ ਦੀਆਂ ਜੋ ਪੱਟੀਆਂ ਖੋਲੀਆਂ, ਸਭ ਨੂੰ ਨਜ਼ਰ ਪ੍ਰੋਪਰ ਆ ਰਿਹਾ। ਤੇ ਹੁਣ ਉਹਨਾਂ ਸਾਰਿਆਂ ਨੂੰ ਆਪਾਂ ਵਿਦਾ ਕਰਨਾ ਘਰਾਂ ਵਾਸਤੇ, ਤੇ ਸੰਡੇ ਉਹਨਾਂ ਨੂੰ ਬੁਲਾਇਆ ਹੈ। ਤਾਂ ਆਓ ਆਪਾਂ ਸਾਰੇ ਰਲ ਕੇ ਇਹਨਾਂ ਮਹਾਂਪੁਰਖਾਂ ਨੂੰ, ਜੋ ਕੈਂਪ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਲੱਗਾ ਹੋਇਆ ਸੀਗਾ, ਪਰਸੋਂ ਤੋਂ ਲੱਗਾ ਹੋਇਆ ਕੈਂਪ, ਔਰ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਸਰਦਾਰ ਸੁੱਚਾ ਸਿੰਘ ਜੀ ਵੇਗਲ, ਬੀਬੀ ਅਮਰ ਕੌਰ ਜੀ, ਬਾਬਾ ਜੀ ਹਮੇਸ਼ਾ ਬੀਬੀ ਦਾ ਨਾਮ ਭੁੱਲ ਜਾਂਦੇ ਕਿ ਬੀਬੀ ਦੀ ਬਹੁਤ ਵੱਡੀ ਦੇਣ ਹੈ ਬਾਬਾ ਜੀ। ਬੀਬੀ ਅਮਰ ਕੌਰ ਦੀ ਬਹੁਤ ਵੱਡੀ ਦੇਣ ਹੈ, ਕਿਉਂਕਿ ਅਸੀਂ ਉਹਨਾਂ ਨੂੰ ਬਾਬਾ ਜੀ ਦੇਖ ਕੇ ਆਏ ਹਾਂ। ਉਹ 24 ਘੰਟੇ ਵਿਚਾਰੇ ਘਰ ਦਾ ਕੰਮ ਵੀ ਕਰਦੇ, ਘਰੋਂ ਖਾਣਾ ਬਣਾ ਕੇ ਵੀ ਲਿਆਉਂਦੇ, ਚਾਹ ਬਣਾ ਕੇ ਵੀ ਲਿਆਉਂਦੇ ਆ, ਔਰ ਫਿਰ ਜਾ ਕੇ ਉੱਥੇ ਉਹਨਾਂ ਦੇ ਵੇਅਰ ਹਾਊਸ 'ਤੇ ਕੰਮ ਵੀ ਕਰਾਉਂਦੇ ਆ। ਤਾਂ ਫਿਰ ਉਹਨਾਂ ਨੂੰ ਪ੍ਰੇਰਿਤ ਵੀ ਕਰਦੇ ਆ ਕਿ ਪੈਸੇ ਇੱਕ ਪਾਸੇ ਰੱਖੀ ਚਲੋ, ਇਹ ਬਾਬਾ ਜੀ ਨੂੰ ਭੇਜਣੇ ਆ। ਤਾਂ ਬੀਬੀ ਜੀ ਦਾ ਬਹੁਤ ਵੱਡਾ ਪਰਉਪਕਾਰ ਦਾ ਕੰਮ ਆ। ਤੇ ਬੀਬੀ ਨਿਰਮਲਾ, ਤੇ ਜਿਹੜੇ ਬਾਬਾ ਜੀ ਨੂੰ ਗੁਪਤ ਰਹਿੰਦੇ ਨੇ, ਉਹ ਓਪਨ ਹੁੰਦੇ ਹੀ ਨਹੀਂ ਹੈ। ਤੇ ਉਹ ਬਾਬਾ ਜੀ ਨੂੰ ਮੈਂ ਸਾਲ ਦੇ ਵਿੱਚ ਹਜ਼ਾਰਾਂ ਵਾਰੀ ਬਾਬੇ ਨੂੰ ਫੋਨ ਕਰਕੇ ਜਿਹੜਾ ਆਪਣਾ ਉੱਥੋਂ ਜਿਹੜਾ ਆ ਲੋਕੀ ਜੋ ਉਹਨਾਂ ਨੂੰ ਦਿੰਦੇ, ਦਾਨ ਪੁੰਨ ਕਰਦੇ, ਤੇ ਬਾਬਾ ਜੀ ਨੂੰ ਉਹ ਭੇਜਦੇ ਆ। ਤਾਂ ਬੀਬੀ ਨਿਰਮਲਾ ਦਾ ਵੀ ਬਹੁਤ ਵੱਡਾ ਯੋਗਦਾਨ, ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਆਈ ਕੈਂਪ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਹੁੰਦਾ ਆ। ਤਾਂ ਉਹਨਾਂ ਲਈ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ, ਕਿਉਂਕਿ ਬਜ਼ੁਰਗ ਨੇ, ਤੇ ਪ੍ਰਮਾਤਮਾ ਉਹਨਾਂ ਨੂੰ ਲੰਬੀ ਆਯੂ ਬਖਸ਼ਿਸ਼ ਕਰੇ ਔਰ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ। ਔਰ ਦੁਆਰਾ ਇਹ ਜੋ ਸਮਾਜ ਹੈ, ਜੋ ਗਰੀਬ ਸਮਾਜ ਹੈ, ਪਛੜਿਆ ਸਮਾਜ ਹੈ, ਮਜ਼ਦੂਰ ਹਨ, ਕਿਰਤੀ ਹਨ, ਜਿਨ੍ਹਾਂ ਨੂੰ ਪ੍ਰੋਬਲਮ ਹੈ ਅੱਖਾਂ ਦੀ,
ਹੋਏਗੀ ਤਾਂ ਉਹਨਾਂ ਦੀ ਉਹ ਸੇਵਾ ਕਰ ਸਕਣ। ਤਾਂ ਬਾਬਾ ਜੀ ਨੇ ਵੀ ਆਪਾਂ ਅਰਦਾਸ ਕਰਨੀ ਆ ਕਿ ਇਹ ਵੀ ਇਹਨਾਂ ਦੀ ਦੇਹ ਰੋਗਤਾ ਬਖਸ਼ਿਸ਼ ਕਰੇ, ਤਾਂ ਜੋ ਜੇ ਪ੍ਰੇਰਿਤ ਕਰਦੇ ਰਹਿਣ ਸੰਗਤਾਂ ਨੂੰ ਤਾਂ ਆਪਾਂ ਦਾ ਹੋਰ ਸੇਵਾ ਕਰ ਸਕਣ ਸਮਾਜ ਦੀ। ਤਾਂ ਬਾਬਾ ਜੀ ਨੇ ਜਿਸ ਤਰ੍ਹਾਂ ਕਿਹਾ, ਕਈ ਫੋਨ ਆ ਰਹੇ ਨੇ ਕਿ ਤੁਸੀਂ ਸਾਡੀ ਪਰਚੀ ਦੁਬਾਰਾ ਬਣ ਜਾਏਗੀ, ਤਾਂ ਅਸੀਂ ਜਨਤਕ ਟੀਵੀ ਦੇ ਮਾਧਿਅਮ ਤੋਂ ਸਭ ਨੂੰ ਅਪੀਲ ਕਰਦੇ ਕਿ ਜਿਹੜੇ ਵੀ ਪੇਸ਼ੈਂਟ ਰਹਿ ਗਏ ਨੇ, ਜਿਨ੍ਹਾਂ ਨੇ ਚੈੱਕ ਕਰਾਉਣਾ ਹੈ, ਪਰਚੀ ਬਣਾਉਣੀ ਹੈ, ਸਲਿੱਪ ਬਣਾਉਣੀ ਹੈ, ਤਾਂ ਜ਼ਰੂਰ ਆ ਕੇ ਬਾਬਾ ਜੀ ਦੇ ਤੇ ਹਸਪੀਟਲ ਦੇ ਆਪਣਾ ਸੇਵਾ ਦਾ ਮੌਕਾ ਦਿਓ। ਕੋਈ ਬੰਦਸ਼ ਨਹੀਂ ਹੈ, ਸੋਮਵਾਰ ਤੱਕ ਆਪਰੇਸ਼ਨ ਹੋਣੇ ਆ, ਤਾਂ ਸੋਮਵਾਰ ਤੱਕ ਕੋਈ ਵੀ ਆ ਸਕਦਾ ਹੈ, ਐਤਵਾਰ ਤੱਕ ਕੋਈ ਵੀ ਆ ਸਕਦਾ, ਕਿਉਂਕਿ ਸੋਮਵਾਰ ਨੂੰ ਤਾਂ ਆਪਰੇਸ਼ਨ ਹੋਣੇ ਹੀ ਆ। ਤਾਂ ਐਤਵਾਰ ਤੱਕ ਜਿਸ ਨੇ ਪਰਚੀ ਬਣਾਉਣੀ ਹੈ, ਜਿਹਨੂੰ ਵੀ ਜ਼ਰੂਰਤ ਆ, ਤਾਂ ਜ਼ਰੂਰ ਆ ਕੇ ਇੱਕ ਕੁੰਭ ਦੇ ਵਿੱਚ ਆਪਣਾ ਇਸ਼ਨਾਨ ਕਰਨ। ਤਾਂ ਆਓ ਆਪਾਂ ਸਾਰੇ ਰਲ ਕੇ ਇਹਨਾਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਦੇ ਆਪਾਂ ਲੈਂਸ ਪਾਏ ਹਨ, ਬਾਬਾ ਜੀ ਦੁਆਰਾ ਪਵਾਏ ਗਏ ਹਨ, ਔਰ ਡਾਕਟਰ ਦੀ ਟੀਮ ਵਾਸਤੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਡਾਕਟਰਸ ਦੀ ਟੀਮ, ਡੈਂਟਲ ਡਾਕਟਰ, ਫਿਜ਼ੀਓਥੈਰੇਪੀ ਦੇ ਡਾਕਟਰਸ ਔਰ ਸਾਰੇ ਹੀ ਮੌਜੂਦ ਹਨ। ਇਹਨਾਂ ਨੇ ਵੀ ਪੂਰੀ ਸੇਵਾ ਨਿਭਾਈ ਹੈ ਔਰ ਸਭ ਦੇ ਦੰਦ ਚੈੱਕ ਕੀਤੇ ਹਨ, ਜਿਨ੍ਹਾਂ ਨੂੰ ਜ਼ਰੂਰ ਅਸੀਂ ਫਿਜ਼ੀਓਥੈਰੇਪੀ ਵੀ ਕੀਤੀ ਹੈ। ਤਾਂ ਆਪਾਂ ਇਹਨਾਂ ਵਾਸਤੇ ਵੀ ਅਰਦਾਸ ਕਰਨੀ ਤੇ ਵੱਧ ਤੋਂ ਵੱਧ ਬਾਬਾ ਜੀ ਦੇ ਨਾਲ ਰਲ ਕੇ ਹਸਪੀਟਲ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਕਰ ਸਕਣ, ਗਰੀਬਾਂ ਦੀ ਸੇਵਾ ਕਰ ਸਕਣ। ਇਹਨਾਂ ਸ਼ਬਦਾਂ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਸੰਗਤ ਹੋਚ ਸੋਚ ਦਿਨ ਰਾਤੀ, ਮੇਰੀ ਸੰਗਤ ਹੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਫਾਰੀ, ਰਾਮ ਗੁਸਈਆ ਜੀ ਕੇ ਜੀਵਨਾ ਮੋਗੇ ਨਾ ਬਿਸਾਰਾ, ਮੈਂ ਜਨ ਤੇਰਾ ਬਿਸਾਰੋ, ਮੈਂ ਜਨ ਤੇਰਾ। ਰਾਮ ਗੁਸਈਆ ਜੀ ਕੇ ਜੀਵਨਾ ਮੋਹ ਨਾ ਬਿਸਾਰੋ, ਮੋਹ ਨਾ ਬਿਸਾਰੋ, ਮੋਹ ਨਾ ਬਿਸਾਰੋ, ਮੈਂ ਜਨ ਤੇਰਾ। ਮੋਹ ਨਾ ਬਿਸਾਰੋ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ। ਰਾਮ ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ।
हरो मेरी हरो विपत मेरी हरो विपत जन करो सुभाई 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 चरण न चारो शरीर कल जाई चरण न छाडो शरीर कल जाई शरीर कल जाई राम गुसैया जी के जीवना राम गुसैया जी के जीवना मोह न विसारो मैं जन तेरा मोह न विसारो मैं जन तेरा राम गुसैया जी के जीवना कहो रविदास परो तेरी सांबा परो तेरी सांबा कहो रविदास कहो रविदास परो तेरी सांबा बेग मिलो जन करना बिलांबा कहो रविदास परो तेरी सांबा परो तेरी सांबा कह रविदास परो तेरी सांबा बेग मिलो जन करना बिलांबा करना बिलांबा करना बिलांबा गुसैया जी के जीवना हम गुसैया विसारो मोह न विसारो मैं जन तेरा राम
ਗੁਸਈਆ ਜੀ ਕੇ ਜੀਵਨਾ ਰਾਮ ਗੁਸਈਆ ਰਾਮ ਅੱਜ ਅਸੀਂ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਰਾਏਪੁਰ ਸੂਲਪੁਰ ਜਲੰਧਰ ਵਿਖੇ ਆਪ ਜੀ ਨਾਲ ਰੂਬਰੂ ਹੋ ਰਹੇ ਹਾਂ ਔਰ ਸੰਤਾਂ ਮਹਾਂਪੁਰਸ਼ਾਂ ਜੀ ਨੂੰ ਵੀ ਆਪ ਜੀ ਨਾਲ ਰੂਬਰੂ ਕਰਾਵਾਂਗੇ। ਔਰ ਇਸ ਟਾਈਮ ਜਿਹੜਾ ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਰਾਏਪੁਰ ਸੂਲਪੁਰ ਵਿਖੇ 22 ਤਰੀਕ ਤੋਂ ਜੋ ਕੈਂਪ ਲਗਾਤਾਰ ਚੱਲ ਰਿਹਾ ਹੈ, ਕੱਲ੍ਹ ਵੀ ਉਸ ਦੇ ਵਿੱਚ ਜਿਹੜੇ ਮਰੀਜ਼ ਸਿਲੈਕਟ ਕੀਤੇ ਹੋਏ ਸਨ ਉਹਨਾਂ ਦੇ ਆਪਰੇਸ਼ਨ ਕੀਤੇ ਗਏ ਔਰ ਅੱਜ ਵੀ ਸਵੇਰੇ ਛੁੱਟੀ ਦੇ ਕੇ ਅੱਜ ਹੋਰ ਜਿਹੜੇ ਆਪਰੇਸ਼ਨ ਕੀਤੇ ਜਾ ਰਹੇ ਹਨ। ਅਸੀਂ ਆਪ ਜੀ ਨੂੰ ਜਾਣੂ ਕਰਾਵਾਂਗੇ ਇਸ ਆਪਰੇਸ਼ਨ ਤੋਂ ਜਿਹੜੇ ਹੋ ਰਹੇ ਹਨ ਔਰ ਜਿਹੜਾ ਇਹ ਕੈਂਪ ਕਦੋਂ ਤੋਂ ਚੱਲ ਰਿਹਾ ਹੈ ਉਸ ਬਾਰੇ ਵਿਚਾਰ ਵਟਾਂਦਰਾ ਰੱਖਾਂਗੇ। ਸਭ ਤੋਂ ਪਹਿਲਾਂ ਅਸੀਂ ਆਪ ਜੀ ਨਾਲ ਰੂਬਰੂ ਕਰਾਉਂਦੇ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿਸਟਰਡ ਪੰਜਾਬ ਔਰ ਮਹਾਰਾਜ ਜੀ ਤੋਂ ਜਾਣਦੇ ਆ ਵੀ ਇਹ ਕੈਂਪ ਕਦੋਂ ਸ਼ੁਰੂ ਹੋਇਆ ਤੇ ਜਿਹੜਾ ਇਸ ਕੈਂਪ ਜਿਹੜਾ ਲਗਾਉਣ ਵਿੱਚ ਹਰ ਸਾਲ ਬੇਗਲ ਪਰਿਵਾਰ ਦਾ ਵੀ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ। ਤੇ ਆਪ ਜੀ ਨਾਲ ਅਸੀਂ ਰੂਬਰੂ ਕਰਾਉਂਦੇ ਹਾਂ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਦੇ ਚੇਅਰਮੈਨ ਸੰਤ ਬਾਬਾ ਨਿਰਮਲ ਦਾਸ ਜੀ ਔਰ ਉਹਨਾਂ ਤੋਂ ਜਾਣਦੇ ਆ ਵੀ ਹਸਪੀਟਲ ਜਿਹੜਾ ਇੱਥੇ ਕੈਂਪ ਲੱਗਣਾ ਕਿਦੋਂ ਤੋਂ ਸ਼ੁਰੂ ਹੋਇਆ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ, ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਏਪੁਰ ਸੂਲਪੁਰ ਜਲੰਧਰ ਸਰਦਾਰ ਸੁੱਚਾ ਸਿੰਘ ਜੀ ਬੇਗਲ ਪਰਿਵਾਰ ਵੱਲੋਂ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਜੋ ਹਰ ਸਾਲ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੇ ਇਸ ਹਸਪੀਟਲ ਵਿੱਚ ਕੈਂਪ ਲਗਾਏ ਜਾਂਦੇ ਆ, ਤੋ ਸਰਦਾਰ ਸੁੱਚਾ ਸਿੰਘ ਬੇਗਲ ਪਰਿਵਾਰ ਵੱਲੋਂ ਇਹ ਸੇਵਾ ਨਿਭਾਈਆਂ ਜਾਂਦੀਆਂ। ਇੱਕ ਸਾਲ ਦੇ ਵਿੱਚ ਉਹ 2-3 ਕੈਂਪ ਲਗਾਉਂਦੇ ਆ। ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਇਸ ਵਾਰ ਅਸੀਂ ਸਿਹਤ ਵਿਭਾਗ ਦੇ ਕੋਲੋਂ ਜਿਸ ਵੇਲੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ, ਉਹਨਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਕੀਤੀ ਆ। ਤੇ ਇਹ ਜੋ ਕੈਂਪ ਹੈ ਇਹ ਬਹੁਤ ਹੀ ਬੜੀ ਮਰਿਆਦਾ ਦੇ ਨਾਲ ਔਰ ਬੜੇ ਡਿਸਪਲਿਨ ਦੇ ਨਾਲ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਕਈ ਪਾਬੰਦੀਆਂ ਹੈ, ਜਿਸ ਤਰ੍ਹਾਂ ਕਰੋਨਾ ਵਾਇਰਸ ਕਰਕੇ ਅਸੀਂ ਉਹਨਾਂ ਦੇ ਕਰੋਨਾ ਟੈਸਟ ਵਗੈਰਾ ਵੀ ਪਹਿਲਾਂ ਕਰਵਾਏ ਜਾਂਦੇ ਉਹਨਾਂ ਦੇ ਮਰੀਜ਼ਾਂ ਦੇ ਜਿਨ੍ਹਾਂ ਦੇ ਅਸੀਂ ਲੈਂਸ ਪਾਉਣੇ ਆ। ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਭਰਤੀ ਕੀਤਾ ਜਾਂਦਾ, ਫਿਰ ਮੈਡੀਕਲ ਕੀਤਾ ਜਾਂਦਾ। ਮੈਡੀਕਲ ਤੋਂ ਬਾਅਦ ਜੋ ਡਾਕਟਰ ਉਹਨਾਂ ਨੂੰ ਸਿਲੈਕਟ ਕਰ ਦੇਵੇ ਵੀ ਹੁਣ ਸਹੀ ਆ, ਫਿਰ ਅਸੀਂ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਆਉਂਦੇ ਆ। ਤਾਂ ਔਰ ਆਪਰੇਸ਼ਨ ਥੀਏਟਰ 'ਚ ਲਿਆ ਕੇ ਉਹਨਾਂ ਦੇ ਉਹ ਲੈਂਸ ਪਾਏ ਜਾਂਦੇ ਆ ਜਿਹੜੇ ਬਹੁਤ ਹੀ ਵੱਡੀਆਂ ਕੰਪਨੀਆਂ ਦੇ ਔਰ ਵਿਸ਼ਵ ਭਰ ਦੀਆਂ ਜੋ ਕੰਪਨੀਆਂ ਜਿਹਦੇ ਅਸੀਂ ਲੈਂਸ ਲਿਆ ਕੇ ਇੱਥੇ ਆਪਣੇ ਮਰੀਜ਼ਾਂ ਨੂੰ ਪਾਉਂਦੇ ਆ। ਇਹ ਸਾਰੀ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਹੈ। ਇੱਕ ਲੈਂਸ ਦੀ ਜੇ ਕੀਮਤ ਰੱਖਣੀ ਹੋਵੇ ਤਾਂ 15,000 ਤੋਂ ਲੈ ਕੇ 75,000 ਤੱਕ ਉਹਦੀ ਕੀਮਤ ਆ। ਪਰ ਸੰਗਤ ਦੀ ਕਿਰਪਾ ਦੇ ਨਾਲ, ਉਹ ਦਾਨੀ ਸੱਜਣਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਕੋਈ ਵੀ ਕਿਸ ਤਰ੍ਹਾਂ ਦਾ ਵੀ ਕੋਈ ਮਰੀਜ਼ ਹੈ, ਉਹਦੀ ਲੈਂਸ ਜਿਹਦੀ ਕੋਈ ਚਾਹੇ ਉਹ ਲੈਂਸ ਪੈਂਦੇ ਆ, ਚਾਹੇ ਕੋਈ ਵੀ ਅੱਖਾਂ ਦੀ ਕੋਈ ਬਿਮਾਰੀ ਆ, ਤਾਂ ਸਾਰਿਆਂ ਦਾ ਹੀ ਇਹ ਜੋ ਰੋਗ ਹੈ ਨਿਵਾਰਨ ਕਰਨਾ। ਤੇ ਸਾਡੇ ਕੋਲ ਮਾਹਰ ਡਾਕਟਰ ਜੋ ਹੈ ਸਾਡੇ ਕੋਲ ਹਰ ਸਾਲ ਉਹ ਸੇਵਾ ਕਰਦੇ, ਮਨਦੀਪ ਸੂਦ ਜੀ ਅਤੇ ਔਜਲਾ ਜੀ, ਉਹ ਅੰਦਰ ਆਪਰੇਸ਼ਨ ਥੀਏਟਰ ਦੇ ਵਿੱਚ ਇਸ ਵੇਲੇ ਆਪਰੇਸ਼ਨ ਚੱਲ ਰਹੇ ਆ, ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਤਾਂ ਭਾਈ ਸਾਹਿਬ ਇੱਕ ਮਿੰਟ ਆਇਓ, ਇਹਨਾਂ ਦੇ ਹੁਣੇ ਹੁਣ ਆਪਣੇ ਲੈਂਸ ਪਏ ਆ ਤੇ ਲੈਂਸ ਪਵਾ ਕੇ ਬਾਹਰ ਆਏ ਆ, ਤੇ ਅਸੀਂ ਤੁਹਾਡੇ ਸਾਹਮਣੇ ਉਹਨਾਂ ਦੇ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਜੀ ਬਾਬਾ ਜੀ, ਕੋਈ ਤਕਲੀਫ ਨਹੀਂ ਕਿਸੇ ਤਰ੍ਹਾਂ ਦੀ। ਤੇ ਕੋਈ ਆਪਣੇ ਡਾਕਟਰ ਸਾਹਿਬ ਵੱਲੋਂ ਕੋਈ ਉਹਨਾਂ ਨੇ ਆਪਣਾ ਤੁਹਾਨੂੰ ਕੀ ਦੱਸਿਆ ਕਿ ਕਿਸ ਤਰ੍ਹਾਂ ਰਹਿਣਾ? ਨਹੀਂ, ਡਾਕਟਰ ਸਾਹਿਬ ਨੇ ਅੰਦਰ ਤਾਂ ਦੇਖੋ ਸਾਨੂੰ ਸਿਰਫ ਆਪਰੇਸ਼ਨ ਕਰਕੇ ਬਾਹਰ ਭੇਜ ਦਿੱਤਾ ਹੈ। ਇੱਥੇ ਆ ਕੇ ਜਿਹੜੇ ਬਾਹਰ ਸਟਾਫ ਸੀ ਉਹਨਾਂ ਨੇ ਦਵਾਈਆਂ ਦਾ ਦੱਸਿਆ ਵੀ ਕਿਹੜੀ ਕਿੱਦਾਂ ਖਾਣੀ ਹੈਗੀ ਹੈ। ਠੀਕ ਹੈ ਜੀ। ਤੇ ਪ੍ਰੀਕਾਸ਼ਨਸ ਕੀ ਰੱਖਣੀਆਂ ਹੈਗੀਆਂ, ਉਹ ਈਵਨ ਕਾਰਡਸ ਦੇ ਉੱਤੇ ਵੀ ਮੈਂਸ਼ਨਡ ਹੈਗੀਆਂ ਸਾਰੀਆਂ। ਹਾਂਜੀ ਮਹਾਰਾਜ ਜੀ। ਇਹਦੇ ਵਿੱਚ ਕੋਈ ਸਾਡੇ ਕੋਲ ਪੈਸਾ ਵਗੈਰਾ ਤਾਂ ਨਹੀਂ ਲਿਆ ਗਿਆ? ਨਹੀਂ ਨਹੀਂ ਜੀ, ਇਹ ਪੈਸੇ ਦਾ ਕੋਈ ਇਹਦੇ ਕੋਈ ਵਿੱਚ ਦਿੱਕਤ ਤਾਂ ਨਹੀਂ ਆਈ ਇੱਥੇ ਆਉਣ ਤੇ ਜਾਂ ਕੁਝ ਆਪਣੇ ਸੇਵਾ ਨਿਭਾਉਂਦਿਆਂ ਵੇ ਸੇਵਾਦਾਰਾਂ ਦੇ ਕੋਈ ਪਰੇਸ਼ਾਨੀ? ਕੋਈ ਦਿੱਕਤ। ਠੀਕ ਹੈ ਜੀ। ਇਹ ਸੇਵਾ ਦੇਖੋ ਮਾਲਕ ਦੀ ਕਿੱਥੋਂ ਆਏ ਤੁਸੀਂ? ਮੈਂ ਜੀ ਕਾਨਪੁਰ ਤੋਂ ਆਇਆ, ਵੈਸੇ ਮੈਂ ਚੰਡੀਗੜ੍ਹ ਤੋਂ ਹੈਗਾ। ਬਾਈ ਚਾਂਸ ਮੈਂ ਇੱਥੇ ਆਇਆ ਹੋਇਆ ਸੀਗਾ ਜੀ ਜੀ। ਤੇ ਮਹਾਰਾਜ ਦੀ ਕਿਰਪਾ ਸੀਗੀ ਵੀ ਉਹਨਾਂ ਨੇ ਇੱਥੇ ਇਹ ਕਾਰਜ ਕਰਵਾਉਣਾ ਸੀਗਾ
ਤੇ ਆਪ ਜੀ ਦੇ ਚਰਨਾਂ 'ਚ ਲਿਆਉਂਦਾ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਾਡੇ ਇੱਥੇ ਆਉਣ 'ਤੇ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਇਹਨਾਂ ਨੂੰ ਨਾਲ ਲੈ ਕੇ ਜਾਓ ਜੀ, ਇਹਨਾਂ ਦੇ ਉੱਥੇ ਆਰਾਮ ਜਰਾ 10 ਮਿੰਟ ਆਰਾਮ ਕਰੋ, ਤਾਂ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ। ਤਾਂ ਇਸ ਕਰਕੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ, ਚੰਡੀਗੜ੍ਹ ਤੋਂ ਆਏ ਆ, ਲੇਕਿਨ ਕਾਨਪੁਰ ਇਹਨਾਂ ਦਾ ਪਿੰਡ ਆ। ਤਾਂ ਇਹਨਾਂ ਨੇ ਜਿਸ ਵੇਲੇ ਸੁਣਿਆ ਕੈਂਪ ਦਾ, ਤੇ ਉਹ ਸੁਣ ਕੇ ਫਿਰ ਇਹਨਾਂ ਦੇ ਮਾਲਕ ਦੀ ਕਿਰਪਾ ਹੋ ਗਈ ਆ, ਤੇ ਕੱਲ੍ਹ ਨੂੰ ਪੱਟੀ ਖੋਲ੍ਹੀ ਜਾਏਗੀ। ਤਾਂ ਅਸੀਂ ਜੀ ਅਸੀਂ ਆਪ ਜੀ ਨਾਲ ਰੂਬਰੂ ਕਰਾਉਣਾ ਹੈ ਪ੍ਰਿੰਸੀਪਲ ਜੱਸਲ ਜੀ। ਔਰ ਮੈਂ ਪ੍ਰਿੰਸੀਪਲ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਕਹਿੰਦੇ ਆ ਵੀ ਸਾਡੇ ਸਮਾਜ ਦੇ ਸੰਤ ਮਹਾਂਪੁਰਸ਼ ਕੀ ਕਰਦੇ ਆ। ਮੇਰੇ ਹਿਸਾਬ ਨਾਲ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਸਵਾਲ ਦਾ ਜਵਾਬ ਆ ਵੀ ਜਿਹੜੇ ਕਹਿੰਦੇ ਆ ਸਾਡੇ ਸਮਾਜ ਦੇ ਸੰਤ ਮਹਾਂਪੁਰਸ਼ ਕੀ ਕਰਦੇ ਆ। ਕਹਿੰਦੇ ਆ ਵੀ ਸਿਰਫ ਅਸੀਂ ਲੰਗਰ ਖਾਣ ਤੱਕ ਲੋਕਾਂ ਨੂੰ ਸੀਮਤ ਰੱਖਿਆ ਜਾਂ ਮੱਥੇ ਟਿਕਾਉਣ ਤੱਕ। ਪਰ ਅਸੀਂ ਜਦੋਂ ਕੈਂਪ ਦੇਖਿਆ 2-3 ਦਿਨ ਤੋਂ, ਅਸੀਂ ਵੀ ਇੱਥੇ ਹਰ ਸਾਲ ਕਵਰਿੰਗ ਕਰਦੇ ਆ। ਸਾਡੇ ਮਹਾਂਪੁਰਸ਼ ਸਕੂਲ ਦੇ ਵਿੱਚ ਐਜੂਕੇਸ਼ਨ ਵੀ ਦੇ ਰਹੇ ਆ। ਜੇ ਸਾਡੇ ਸਮਾਜ ਦਾ ਕੋਈ ਗਰੀਬ ਪਰਿਵਾਰ ਦੇ ਜਿਹੜੇ ਜਾਂ ਹੋਰ ਵੀ ਆ ਉਹ ਬਿਮਾਰ ਹੁੰਦੇ ਆ ਤਾਂ ਉਹਨਾਂ ਨੂੰ ਤੰਦਰੁਸਤੀ ਲਈ ਉਹਨਾਂ ਦੇ ਹਸਪੀਟਲ ਵੀ ਖੁੱਲ੍ਹੇ ਆ। ਇੱਥੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸਭ ਤੋਂ ਪਹਿਲਾਂ ਜੈ ਗੁਰਦੇਵ, ਜੈ ਭੀਮ। ਜਨਤਕ ਟੀਮ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਦਾ ਉਪਰਾਲੇ ਦੇ ਨਾਲ ਸੰਤਾਂ ਦਾ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ, ਉਹ ਪੂਰੇ ਵਰਲਡ ਦੇ ਵਿੱਚ ਉਹ ਗੱਲ ਜਿਹੜੀ ਜਾ ਰਹੀ ਹੈ। ਜਿੱਥੋਂ ਤੱਕ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਕਿ ਆਮ ਲੋਕ ਜਿਹੜੇ ਕਹਿੰਦੇ ਹਨ ਕਿ ਸੰਤ ਕੀ ਕਰਦੇ ਹਨ ਜਾਂ ਉਹ ਕੁਝ ਵੀ ਨਹੀਂ ਕਰਦੇ, ਪਰ ਜਦੋਂ ਮੈਂ ਇੱਥੇ ਕੈਂਪ ਦੇ ਵਿੱਚ ਆਇਆ, ਮੇਰੀ ਡਿਊਟੀ ਲੱਗੀ ਹੋਈ ਸੀ, ਤੇ ਮੈਂ ਦੇਖਿਆ ਕਿ ਮਹਾਂਪੁਰਸ਼ ਸਭ ਤੋਂ ਵੱਡਾ ਉਪਰਾਲਾ ਜਿਹੜਾ ਉਹ ਮਨੁੱਖਤਾ ਲਈ ਕਰ ਰਹੇ ਹਨ। ਮਤਲਬ ਇਹ ਜਿਹੜਾ ਕੈਂਪ ਹੈ, ਐਡਾ ਵੱਡਾ ਜਿਹੜਾ ਮਤਲਬ ਕੁੰਭ ਜਿਹੜਾ ਮਤਲਬ ਮਹਾਂਪੁਰਸ਼ਾਂ ਨੇ ਲਾਇਆ, ਸ਼ਾਇਦ ਹੀ ਕੋਈ ਲਾ ਸਕਦਾ। ਇਹ ਮਤਲਬ ਜਿੰਦੀ ਜਾਗਦੀ ਜਿਹੜੀ ਉਦਾਹਰਣ ਹੈ। ਦੂਸਰਾ, ਮਹਾਂਪੁਰਸ਼ ਸਕੂਲ ਚਲਾ ਰਹੇ ਹਨ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ। ਉਹਦੇ ਵਿੱਚ ਵੀ ਮੈਂ ਜਾ ਕੇ ਦੇਖਿਆ ਕਿ ਉਹ ਜਿਹੜੇ ਗਰੀਬ ਬੱਚੇ ਹਨ ਉਹਨਾਂ ਨੂੰ ਉਹ ਫ੍ਰੀ ਜਿਹੜੀ ਹੈ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਮੇਰੇ ਸਾਹਮਣੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਕੋਈ 28-29 ਜਿਹੜੇ ਸਟੂਡੈਂਟ ਹਨ ਉਹਨਾਂ ਨੂੰ ਕਿਤਾਬਾਂ ਵੀ ਪ੍ਰੋਵਾਈਡ ਕੀਤੀਆਂ ਹਨ, ਉਹਨਾਂ ਦੀਆਂ ਫੀਸਾਂ ਵੀ ਮਾਫ ਕੀਤੀਆਂ ਹਨ। ਇਸ ਕਰਕੇ ਮਤਲਬ ਸੰਤਾਂ ਦੇ ਮੈਂ ਸਮਝਦਾ ਇਹ ਕੋਈ ਬਲੇਮ ਲਾਉਣ ਵਾਲੀ ਗੱਲ ਨਹੀਂ, ਇਹ ਸਗੋਂ ਕਿ ਸੰਤਾਂ ਦਾ ਪਰਉਪਕਾਰ ਹੈ। ਮਤਲਬ ਐਡਾ ਵੱਡਾ ਪਰਉਪਕਾਰ ਜਿਹੜਾ ਮੈਂ ਸਮਝਦਾ ਵੀ ਕੋਈ ਵੀ ਨਹੀਂ ਕਰ ਸਕਦਾ। ਸੋ ਮੈਂ ਸੰਤਾਂ ਦਾ ਰਿਣੀ ਆ ਜਿਹੜੇ ਉਹ ਸਮਾਜ ਦੇ ਭਲੇ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਔਰ ਮੈਂ ਆਸ ਰੱਖਦਾ ਮਹਾਂਪੁਰਸ਼ਾਂ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਗਰੀਬ ਸਮਾਜ ਦੀ ਜਿਹੜੀ ਆ ਉਹ ਬਾਂਹ ਫੜਦੇ ਰਹਿਣਗੇ। ਸੋ ਮੈਂ ਮਹਾਂਪੁਰਸ਼ਾਂ ਦਾ ਦਿਲੋਂ ਧੰਨਵਾਦ ਕਰਦਾ। ਜੈ ਭੀਮ, ਜੈ ਭਾਰਤ। ਹਾਂਜੀ ਮਾਤਾ ਜੀ, ਤੁਹਾਡਾ ਆਪਰੇਸ਼ਨ ਕਿੱਦਾਂ ਠੀਕ ਠਾਕ ਹੋਇਆ ਜੀ? ਹਾਂਜੀ ਹਾਂਜੀ ਬਾਬਾ ਜੀ ਨੇ ਜੋ ਉਪਰਾਲੇ ਕੀਤੇ ਆ। ਚਲੇ ਗਏ ਸੀ, ਹਾਂਜੀ ਮੇਰੇ ਡਰ ਗਈ ਸੀ। ਘਬਰਾਹਟ ਹੋ ਗਈ ਸੀ, ਚਲੇ ਗਏ ਸੀ, ਪਰ ਹੁਣ ਠੀਕ ਹੈ ਨਾ? ਹਾਂਜੀ ਅੱਜ ਮੈਂ ਠੀਕ ਕੋਈ ਹੈ। ਪਰੇਸ਼ਾਨੀ ਤਾਂ ਨਹੀਂ ਹੋਈ? ਨਹੀਂ ਜੀ ਨਹੀਂ। ਥੈਂਕ ਯੂ। ਕੱਲ ਪਤਾ ਕੀ ਰੋਟੀ ਵੀ ਨਹੀਂ ਸੀ ਮੈਂ ਸਵੇਰ ਦੀ ਖਾਧੀ, ਠੀਕ ਹੈ, ਤਾਂ ਕਰਕੇ ਜ਼ਿਆਦਾ ਹੋ ਗਿਆ। ਅੱਜ ਤਾਂ ਫਿਰ ਮੈਂ ਇੱਥੇ ਲੰਗਰ ਵੀ ਖਾ ਲਿਆ ਸੀ, ਠੀਕ ਹੈ। ਘਰੋਂ ਵੀ ਰੋਟੀ ਖਾਇਆ ਹੀ ਸੀ। ਤੁਸੀਂ ਕਿਹੜਾ ਪਿੰਡ ਦੱਸੋ? ਪਿੰਡ ਆਪਣੇ ਰੰਧਾਵਾ ਮਸੰਦਾ। ਠੀਕ ਹੈ, ਠੀਕ। ਹਾਂਜੀ। ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਬਾਬਾ ਜੀ ਨਹੀਂ। ਠੀਕ ਹੈ। ਹੋਇਆ ਆ। ਔਰ ਸਾਡੇ ਨਾਲ ਭੱਟੀ ਸਾਹਿਬ ਜੁੜੇ ਆ, ਉਹ ਵੀ ਸਾਨੂੰ ਜਾਣਨਾ ਪਾਉਣਗੇ ਵੀ ਕਿੰਨੇ ਕੁ ਕਾਲ ਦੇ ਆਪਰੇਸ਼ਨ ਹੋਇਆ ਤੇ ਅੱਜ ਕਿੰਨੇ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਨ ਕੋਟ ਧੰਨਵਾਦ, ਧੰਨ ਬਾਬਾ ਜੋੜੇ ਜੀ ਦਾ। ਮੈਂ ਥੋੜ੍ਹਾ ਜਿਹਾ ਬਾਬਾ ਜੀ ਤੋਂ ਅੱਗੇ ਥੋੜ੍ਹਾ ਜਿਹਾ ਪਿਛੋਕੜ ਜਾਣਾ ਚਾਹਾਂਗਾ ਕਿ ਜਦੋਂ ਸੰਤ ਬਾਬਾ ਪ੍ਰੀਤਮ ਦਾਸ ਜੀ ਇੱਥੇ ਆਏ ਨੇ, ਉਹਨਾਂ ਦਾ ਵੈਦਿਕ ਕਰਦੇ ਹੁੰਦੇ ਸੀਗੇ। ਬਹੁਤ ਪੁਰਾਣੇ ਵਧੀਆ ਵੈਦ ਸੀਗੇ ਜਿਹੜੇ ਕਿ ਬਿਮਾਰੀਆਂ ਦਾ ਇਲਾਜ ਕਰਦੇ ਸੀ। ਤਿੰਨੇ ਤਰ੍ਹਾਂ ਦਾ ਸਰੀਰਕ, ਮਾਨਸਿਕ ਤੇ ਆਤਮਿਕ ਤਿੰਨੇ ਬਿਮਾਰੀਆਂ ਦਾ ਇਲਾਜ ਕਰਦੇ ਸੀ, ਠੀਕ ਹੈ। ਪਰ ਬਾਬਾ ਜੀ ਨੇ ਫਿਰ ਉਸ ਤੋਂ ਬਾਅਦ ਵੈਦਿਕ ਦੇ ਨਾਲ ਇੱਕ ਹਸਪੀਟਲ ਬਣਾਇਆ ਪਿੰਡ ਰਾਏਪੁਰ ਵਿੱਚ, ਪ੍ਰਾਇਮਰੀ ਹੈਲਥ ਸੈਂਟਰ। ਉਸ ਤੋਂ ਬਾਅਦ ਹਸਪੀਟਲ ਬਣਿਆ ਕਾਫੀ ਵੱਡਾ, ਪਰ ਬਾਬਾ ਨੇ ਕੁਝ ਮਜਬੂਰੀਆਂ ਕਰਕੇ ਜਾਂ ਕੋਈ ਸਰਕਾਰੀ ਪਾਲਿਸੀਆਂ ਕਰਕੇ ਉਹ ਹਸਪੀਟਲ ਸਰਕਾਰ ਨੂੰ ਦੇ ਦਿੱਤਾ। ਉਸੇ ਪ੍ਰਥਾ ਨੂੰ ਅੱਗੇ ਚੱਲਦਿਆਂ ਹੋਇਆ ਬਾਬਾ ਜੀ ਨੇ ਉਸੇ ਬਾਬਾ ਜੀ ਦੇ ਮੈਡੀਕਲ ਨੂੰ ਅੱਗੇ ਚੱਲਦਿਆਂ ਇੱਕ ਵੱਡਾ ਹਸਪੀਟਲ ਬਣਾਇਆ ਬਾਬਾ ਜੀ ਨੇ। ਤੇ ਤਕਰੀਬਨ 1999 'ਚ ਇੱਥੇ ਰੱਖਿਆ ਸੀ, ਨੀਂਹ ਪੱਥਰ 2002 ਤੋਂ ਚਾਲੂ ਆ ਪੂਰਾ ਹਸਪੀਟਲ। ਤੇ ਤਕਰੀਬਨ ਹਰ ਸਾਲ ਦੇ ਇੱਥੇ 3-4 ਕੈਂਪ ਲੱਗਦੇ ਨੇ ਬਾਬਾ ਜੀ ਦੇ ਪਾਰ ਕੇ ਭਜਣਾ। ਇਹ ਬਾਬਾ ਜੀ ਦੀ ਕਿਰਪਾ ਹੀ ਹੈ। ਤੇ ਸੰਤ ਬਾਬਾ ਨਿਰਮਲ ਦਾਸ ਜੀ ਦਾ ਪ੍ਰੇਰਨਾ ਹੈ NRI ਵੀਰਾਂ ਲਈ, ਜਿਨ੍ਹਾਂ ਦੀ ਪ੍ਰੇਰਨਾ ਸਦਕੇ ਹੀ ਲੋਕ ਜਿਹੜੇ ਨੇ ਇੱਥੇ ਆ ਕੇ ਲੱਖਾਂ ਰੁਪਇਆ ਖਰਚ ਕਰਦੇ ਨੇ, ਫ੍ਰੀ ਨਿਰਸਵਾਰਥ
ਜਿਨ੍ਹਾਂ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਹੈ, ਸਾਡੇ ਨਾਲ ਕੋਈ ਸੰਬੰਧ ਨਹੀਂ ਉਹਨਾਂ ਨਾਲ, ਪਰ ਇਹ ਸਾਡੇ ਲੋਕਾਂ ਦੀ ਭਲਾਈ ਲਈ ਉਹ ਇੰਨਾ ਪੈਸਾ ਖਰਚ ਕਰਦੇ ਨੇ। ਸਿਰਫ ਪ੍ਰੇਰਨਾ ਬਾਬਾ ਜੀ ਦੀ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦਾ ਆਸ਼ੀਰਵਾਦ ਹੈ ਸਾਰਾ, ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ। ਬਾਬਾ ਜੀ ਦਾ ਅਪਾਰ ਬਖਸ਼ਿਸ਼ ਹੈ ਔਰ ਕੈਂਪ ਚੱਲ ਰਹੇ ਨੇ। ਤਕਰੀਬਨ ਅਸੀਂ ਪੰਜਾਬ ਦੇ ਵਿੱਚ ਪਹਿਲਾ ਕੈਂਪ ਹੈ ਜਿਹਦੀ ਬਾਬਾ ਜੀ ਨੇ ਬਹੁਤ ਹੀ ਮਿਹਨਤ ਕਰਕੇ ਪਰਮਿਸ਼ਨ ਲਈ ਹੈ, ਪਰਮਿਸ਼ਨ ਨਹੀਂ ਮਿਲਦੀ ਸੀਗੀ। ਤੇ ਇਹਦੇ ਵਿੱਚ ਸਾਡੀਆਂ ਸਰਕਾਰੀ ਤੌਰ ਤੇ ਸਾਡੇ ਲਈ ਬੰਦਸ਼ਾਂ ਨੇ, ਰਿਸਟ੍ਰਿਕਸ਼ਨਸ ਹੈਗੀਆਂ ਵੀ ਅਸੀਂ 30 ਤੋਂ ਜ਼ਿਆਦਾ ਆਪਰੇਸ਼ਨ ਨਹੀਂ ਕਰ ਸਕਦੇ ਔਰ 200 ਜ਼ਿਆਦਾ ਅਸੀਂ ਚੈੱਕ ਨਹੀਂ ਕਰ ਸਕਦੇ। ਤੇ ਉਹਦੀਆਂ ਸਰਕਾਰ ਦੀਆਂ ਇੰਸਟਰਕਸ਼ਨ ਦੇ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਹਾਂ। ਬਾਬਾ ਜੀ ਉਹ ਜਿੱਦਾਂ ਦੀ ਬਾਬਾ ਦੀਆਂ ਇੰਸਟਰਕਸ਼ਨ ਨੇ ਉਸ ਹਿਸਾਬ ਨਾਲ ਅਸੀਂ ਕੰਮ ਕਰ। ਸਿੰਘ ਬੇਗਲ ਤੇ ਸਾਰੇ NRI ਵੀਰਾਂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਦੇ ਨੇ ਆਪਣੀ ਨੇਕ ਕਮਾਈ ਕਰਕੇ। ਬਾਹਰਲੀ ਕਮਾਈ ਬੜੀ ਔਖੀ ਆ, ਅਸੀਂ ਕਹਿ ਦਿੰਦੇ ਹਾਂ, ਪਰ ਬਾਹਰ ਕਮਾਈ ਬਹੁਤ ਔਖੀ ਆ। ਉਹ ਆਪਣੀ ਮਿਹਨਤ ਦੇ ਵਿੱਚੋਂ ਸਾਡੇ ਲਈ ਪੈਸਾ ਕੱਢਦੇ ਨੇ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਾਬਾ ਜੀ ਦਾ ਵੀ ਧੰਨਵਾਦ, ਸਵਾਈ ਸੰਗਤ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ ਜਿਹੜੇ ਸਹਿਯੋਗ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਔਰ ਮੈਡਮ ਸੰਤੋਸ਼ ਕੁਮਾਰੀ ਜੀ ਜੋ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੇ ਪ੍ਰਧਾਨ ਜੀ ਹਨ, ਔਰ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਔਰ ਜਿੱਦਣ ਤੋਂ ਕੈਂਪ ਲੱਗਾ ਅਸੀਂ ਦੇਖ ਰਹੇ ਹਾਂ ਮੈਡਮ ਜੀ ਨਾਲ ਮਰੀਜ਼ਾਂ ਨੂੰ ਲੈ ਕੇ ਆਉਂਦੇ ਆ। ਪਰ ਲੰਗਰ ਦੇ ਵਿੱਚ ਪ੍ਰਸ਼ਾਦਾ ਵੀ ਅੱਜ ਵਰਤਾ ਰਿਹਾ ਸੀ, ਅਸੀਂ ਦੇਖਿਆ, ਤੇ ਔਰ ਨਾਲ ਹੋ ਕੇ ਸਾਰੀ ਸੇਵਾ ਨਿਭਾ ਰਹੇ ਹਨ। ਤਾਂ ਉਹਨਾਂ ਨੂੰ ਅਸੀਂ ਆਪ ਜੀ ਰੂਬਰੂ ਕਰਾਉਂਦੇ ਹਾਂ। ਤੇ ਮੈਡਮ ਜੀ ਜਿਹੜਾ ਪੰਜਾਬ ਦਾ ਪਹਿਲਾ ਇਹ ਕੈਂਪ ਲੱਗਿਆ ਆ, ਤੇ ਜਿੱਥੇ ਤੱਕ ਅਸੀਂ ਦੇਖਿਆ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਕੈਂਪ ਨਹੀਂ ਲੱਗਿਆ, ਤੇ ਕਿੰਨੇ ਕੁ ਮਰੀਜ਼ ਹਰ ਸਾਲ ਇੱਥੋਂ ਆਪਣੇ ਜਿਹੜਾ ਕੈਂਪ ਦਾ ਲਾਹਾ ਲੈਂਦੇ ਹਨ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜਨਤਕ ਟੀਵੀ ਦੇ ਸਰੋਤਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਤੋਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਮੈਂ ਪਹਿਲਾਂ ਵੀ ਦੱਸਿਆ ਕਿ ਇਹ ਜੋ ਹਸਪੀਟਲ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੇ ਨਾਮ ਤੇ 1999 ਦੇ ਵਿੱਚ ਬਣਾਉਣਾ ਸ਼ੁਰੂ ਹੋਇਆ ਸੀ ਔਰ 2000 ਦੇ ਵਿੱਚ ਇਹ ਕੰਪਲੀਟ ਹੋਇਆ। ਔਰ 2002 ਤੋਂ ਹੀ, ਕਿਉਂਕਿ ਮਹਾਂਪੁਰਖਾਂ ਨੇ ਗਰਾਊਂਡ ਦੇ ਨਾਲ ਜੁੜੇ ਹੋਏ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਬਹੁਤ ਡਾਊਨ ਟੂ ਅਰਥ ਸਨ ਔਰ ਉਹ ਗਰੀਬਾਂ ਦੇ ਵਿੱਚ ਵਿਚਰਦੇ ਸਨ, ਕਿਉਂਕਿ ਉਹਨਾਂ ਦਾ ਇਤਿਹਾਸ ਸੀ ਕਿ ਉਹਨਾਂ ਨੇ ਪਹਿਲਾਂ ਵੀ ਹੌਸਟਲ ਬਣਾ ਕੇ ਨਾ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੂੰ ਦਿੱਤਾ। ਉਹ ਚਾਹੁੰਦੇ ਸੀ ਕਿ ਗਰੀਬਾਂ ਮਜ਼ਲੂਮਾਂ ਦੀ ਜਿਹੜੇ ਕਿਰਤੀ ਲੋਕ ਹਨ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਉਹ ਇਹੀ ਹੈ ਕਿ ਮੈਡੀਕਲ ਫੈਸਿਲਿਟੀਆਂ, ਦਵਾਈਆਂ ਬਹੁਤ ਮਹਿੰਗੀਆਂ ਹਨ ਅਤੇ ਉਹ ਆਪਣੀਆਂ ਜਿਹੜੀਆਂ ਦੇਸੀ ਦਵਾਈਆਂ ਵੀ ਬਣਾ ਕੇ ਦਿਆ ਕਰਦੇ ਸਨ। ਤੋ ਇਹ 2002 ਤੋਂ ਜਿੱਦਾਂ ਬਾਬਾ ਜੀ ਸੰਤ ਨਿਰਮਲ ਦਾਸ ਜੀ ਮਹਾਰਾਜ, ਗੱਦੀ ਨਸ਼ੀਨ ਡੇਰਾ ਸੰਤ ਪ੍ਰੀਤਮ ਦਾਸ ਜੀ ਮਹਾਰਾਜ, ਤੋਂ ਇਹਨਾਂ ਨੇ ਵੀ ਬੜਾ ਵੱਡਾ ਪੁਰਸ਼ਾਰਥ ਕੀਤਾ ਕਿ ਇੱਥੇ ਇਸ ਇਲਾਕੇ ਦੀਆਂ ਸੰਗਤਾਂ ਵਾਸਤੇ ਇੱਕ ਹੌਸਟਲ ਬਣਾਇਆ ਜਾਵੇ, ਕਿਉਂਕਿ ਪਹਿਲਾਂ ਗਵਰਨਮੈਂਟ ਨੂੰ ਦੇ ਚੁੱਕੇ ਸਨ। ਉਹ ਸਰਕਾਰੀ ਮਿੰਨੀ ਹੈਲਥ ਸੈਂਟਰ ਬਣਿਆ ਹੋਇਆ ਪਿੰਡ ਦੇ ਵਿੱਚ, ਐਂਟਰੈਂਸ 'ਤੇ ਬਿਲਕੁਲ ਹੈਗਾ। ਤੋ ਇਹ ਬੜਾ ਵੱਡਾ ਹੌਸਪੀਟਲ ਡਿਜ਼ਾਈਨ ਕੀਤਾ ਗਿਆ ਉਸ ਵੇਲੇ ਕਿ ਸੁਪਰ ਸਪੈਸ਼ਲਿਟੀ ਹੌਸਪੀਟਲ, ਸਾਰੀਆਂ ਸਪੈਸ਼ਲਿਟੀ ਆ। ਤੁਸੀਂ ਦੇਖਿਆ ਹੋਣਾ ਇੱਥੇ ਮੈਡੀਸਨ ਦਾ ਵੀ ਹੈ, ਗਾਇਨੀ ਦਾ ਵੀ ਹੈ, ਔਰਥੋ ਦਾ ਵੀ ਹੈ ਔਰ ਡੈਂਟਲ ਦਾ ਵੀ ਹੈ, ਫਿਜ਼ੀਓਥੈਰੇਪੀ ਦਾ ਵੀ ਹੈ, ਚਾਈਲਡ ਸਪੈਸ਼ਲਿਟੀ ਵੀ ਹੈ। ਤੋ ਫੁੱਲੀ ਲੈਸਡ ਆ, ਕਿਊਬਡ ਆ, ਪੂਰੀਆਂ ਇੱਥੇ ਜਿਹੜੇ ਉਹਨਾਂ ਦੇ ਇੰਸਪੈਕਸ਼ਨ ਕਰਨ ਵਾਸਤੇ ਅਲਟਰਾਸਾਊਂਡ, ਸਕੈਨਿੰਗ, ਐਕਸਰੇ ਮਸ਼ੀਨਾਂ, ਲੈਬੋਰਟਰੀ, ਹਰ ਚੀਜ਼ ਬਣੀ ਹੋਈ ਹੈ ਅਤੇ 4 OT ਬਣੇ ਹੋਏ ਹਨ। ਇਹ ਬੜਾ ਵੱਡਾ ਸੁਪਨਾ ਲੈ ਕੇ ਸ਼ੁਰੂ ਕੀਤਾ ਗਿਆ ਸੀ 50 ਬੈੱਡ ਦਾ ਹਸਪੀਟਲ, ਕਿ ਜਿਹੜਾ ਇਲਾਕਾ ਗਰੀਬ ਇਲਾਕਾ ਹੈ ਉਹਨਾਂ ਨੂੰ ਫਾਇਦਾ ਹੋਵੇ। ਤੋ ਫਿਰ ਬਾਬਾ ਜੀ ਨੇ ਸਰਦਾਰ ਸੁੱਚਾ ਸਿੰਘ ਬੇਗਲ ਜੀ, ਕਿਉਂਕਿ ਬੜੇ ਪਿਆਰੇ ਨੇ ਬਾਬਾ ਜੀ ਦੇ, ਬਹੁਤ ਜ਼ਿਆਦਾ ਉਹਨਾਂ ਕੋਲ ਮੈਂ ਪਰਸਨਲੀ ਜਾ ਕੇ ਵੀ ਆਈ ਹਾਂ। ਜਿੰਨੀ ਵੀ ਸੰਗਤ ਆ ਬਾਬਾ ਜੀ ਨੂੰ ਬਹੁਤ ਸਮਰਪਿਤ ਆ, ਮਤਲਬ ਉਹ ਡਾਊਨ ਟੂ ਅਰਥ ਆ, ਉਹ ਗਰੀਬੀ 'ਚੋਂ ਨਿਕਲ ਕੇ ਗਏ ਹਨ। ਆਪਣੇ ਪੰਜਾਬ ਦੇ ਆਪਣੇ ਪਿਛੋਕੜ ਨੂੰ, ਆਪਣੇ ਵਿਰਸੇ ਨੂੰ ਭੁੱਲੇ ਨਹੀਂ ਲੋਕ। ਅਤੇ ਉਹਨਾਂ ਨੇ ਬਾਬਾ ਜੀ ਦਾ ਇੱਕ ਪ੍ਰੇਰਨਾ ਸਦਕਾ ਇਹਨਾਂ ਦੇ ਜ਼ਰੀਏ, ਕਿਉਂਕਿ ਹੌਸਪੀਟਲ ਆਪਣਾ ਬਾਬਾ ਜੀ ਦਾ ਬਾਹਰ ਆਪਰੇਸ਼ਨ ਕਰਾਉਣ ਨਹੀਂ ਜਾਣਾ ਪੈਂਦਾ, ਅਤੇ ਉਹਨਾਂ ਨੇ ਬਾਬਾ ਜੀ ਨੇ ਜਿਸ ਤਰ੍ਹਾਂ ਉਹਨੂੰ ਪ੍ਰੇਰਿਤ ਕੀਤਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਹੈ ਕਿ ਅਗਰ ਕਿਸੇ ਨੂੰ ਅਸੀਂ ਅੱਖਾਂ ਦਾ ਦਾਨ ਦੇ ਸਕੀਏ। ਤੋ 2002 ਤੋਂ ਇਹ ਕੈਂਪ ਲੱਗਦਾ ਆ ਰਿਹਾ, ਸਾਲ ਦੇ 4 ਕੈਂਪ ਲੱਗਦੇ ਆ, ਅਤੇ ਜੇ ਅਸੀਂ ਕਾਊਂਟਿੰਗ 65ਵਾਂ ਇਹ ਕੈਂਪ ਆ। ਤੋ ਇਹ ਜਿਹੜਾ ਕੈਂਪ ਆ ਆਫਟਰ ਲੋਕਡਾਊਨ, ਕਿਉਂਕਿ ਕਰੋਨਾ ਚੱਲ ਰਿਹਾ ਸੀ, ਮਹਾਂਮਾਰੀ ਬੜੀ ਭਿਆਨਕ ਬਿਮਾਰੀ ਸੀ। 22 ਮਾਰਚ ਨੂੰ ਲੋਕਡਾਊਨ ਲੱਗ ਗਿਆ ਔਰ ਤੁਸੀਂ ਦੇਖਿਆ ਹੋਣਾ, ਅਤੇ 26 ਮਾਰਚ ਤੋਂ ਲੈ ਕੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੂੰ ਰਾਸ਼ਨ ਵੰਡਿਆ ਗਿਆ, ਉਹ ਵੀ ਉਹਨਾਂ NRI ਵੀਰਾਂ ਦੀ ਸਹਾਇਤਾ ਦੇ ਨਾਲ, ਕਿਉਂਕਿ ਇੱਕਦਮ ਲੋਕਡਾਊਨ ਹੋਇਆ, ਕਿਸੇ ਨੂੰ ਇਨਫੋਰਮ ਨਹੀਂ ਕੀਤਾ ਗਿਆ ਅਤੇ ਲੋਕ ਜਿੱਥੇ ਸੀ ਉੱਥੇ ਸਟਕ ਹੋ ਗਏ। ਅਤੇ ਜਿਹੜੇ ਦਿਹਾੜੀਦਾਰ ਲੋਕ ਆ, ਰੋਜ਼ ਦੀ ਕਮਾਈ ਕਰਕੇ ਰੋਜ਼ ਦੀ ਦਿਹਾੜੀ ਲੈ ਕੇ ਖਾਣ ਵਾਲੇ ਸੀ, ਉਹ ਬੜੇ ਪਰੇਸ਼ਾਨ ਸੀ। ਤੋ ਇਹ ਵੀ ਜਿਹੜੀ ਬੜੀ ਵੱਡੀ ਮਾਨਵਤਾ ਦੀ ਸੇਵਾ ਕੀਤੀ ਆ, ਤੋ ਤੁਸੀਂ ਸਾਰੇ ਨਾਲ ਹੀ ਸੀ ਉਸ ਵੇਲੇ, ਡੇਲੀ ਤੁਸੀਂ ਲਾਈਵ ਕਰਦੇ ਰਹੇ ਹੋ। ਤੋ ਫਿਰ ਬਾਬਾ ਜੀ ਨੇ ਸੋਚਿਆ ਕਿ ਕਿਉਂਕਿ ਕਿਸੇ ਹੌਸਪੀਟਲ ਵਿੱਚ ਅੱਖਾਂ ਚੈੱਕ ਨਹੀਂ ਕੀਤੀਆਂ ਜਾ ਰਹੀਆਂ, ਨਾ ਦੰਦਾਂ ਨੂੰ ਚੈੱਕ ਕੀਤਾ ਜਾ ਰਿਹਾ, ਕਿਉਂਕਿ ਹਰ ਡਾਕਟਰ ਡਰਦਾ ਆ ਕਿ ਜਿਹੜੀ ਕਰੋਨਾ ਹੈ ਬੜੀ ਭਿਆਨਕ ਬਿਮਾਰੀ ਹੈ, ਇਹ ਤੁਹਾਡੇ ਹੱਥਾਂ ਨਾਲ ਟੱਚ ਕਰਨ ਦੇ ਨਾਲ ਤੁਹਾਨੂੰ ਅੱਗੇ ਟ੍ਰਾਂਸਫਰ ਹੁੰਦੀ ਹੈ। ਤੋ ਬਾਬਾ ਜੀ ਨੇ ਫਿਰ ਪ੍ਰਣ ਕੀਤਾ ਕਿ ਕਿਉਂ ਨਾ ਆਪਾਂ ਇਹ ਕੈਂਪ ਲਾਇਆ ਜਾਵੇ। ਫਿਰ ਬਾਬਾ ਜੀ ਨੇ ਪੁਰਸ਼ਾਰਥ ਕੀਤਾ, ਹੈਲਥ ਡਿਪਾਰਟਮੈਂਟ ਤੋਂ ਇਹ ਪਰਮਿਸ਼ਨ ਲੈ ਲਈ
ਔਰ ਪਰਮਿਸ਼ਨ ਦੇਤੀ ਕਿਉਂਕਿ ਰਿਕਾਰਡ ਅੱਛਾ, ਜਿਹੜੇ ਡਿਪਾਰਟਮੈਂਟ ਹੈ ਸਰਕਾਰਾਂ ਰਿਕਾਰਡ ਦੇਖਦੀਆਂ ਕਿ ਜਿਹੜੇ ਇਹਨਾਂ ਦਾ ਪਹਿਲਾ ਰਿਕਾਰਡ ਕੀ ਆ, ਪੋਜ਼ਿਟਿਵ ਆ ਕਿ ਨੈਗੇਟਿਵ ਆ। ਕਿਉਂਕਿ 65 ਜਿਹੜੇ 64 ਕੈਂਪ ਲੱਗੇ, ਕਿਸੇ ਵੀ ਕੈਂਪ ਦੇ ਵਿੱਚ ਕਿਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੌਸਪੀਟਲ 'ਚ ਆਈ। ਕਿਉਂਕਿ ਜਦੋਂ ਤੁਸੀਂ ਕਹਿੰਦੇ ਗੁਰੂ ਦਾ ਆਸਰਾ ਲੈ ਕੇ ਚੱਲਦੇ ਹੋ ਨਾ, ਤੇ ਤੁਸੀਂ ਹੁਣ ਵੀ ਦੇਖਿਆ ਹੋਣਾ ਕਿ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੱਖੇ ਗਏ, ਭੋਗ ਪਾਏ ਗਏ, ਕੀਰਤਨ ਕੀਤਾ, ਉਪਰੰਤ ਫਿਰ ਉਹਦਾ ਸਹਾਰਾ ਵੋਟ ਆਸਰਾ ਲੈ ਕੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਗਿਆ। ਹਰ ਜਦੋਂ ਆਪਰੇਸ਼ਨ ਸ਼ੁਰੂ ਹੁੰਦੇ ਤਾਂ ਬਾਬਾ ਜੀ ਖੁਦ ਅਰਦਾਸ ਕਰਦੇ ਆ, ਇਹ ਨਹੀਂ ਕਿ ਬਾਹਰੋਂ ਪਾਠੀ ਲਿਆ ਕੇ ਜਾਂ ਭਾਈ ਜੀ ਨੂੰ ਬੁਲਾ ਕੇ ਅਰਦਾਸ ਕੀਤੀ ਜਾਂਦੀ ਹੈ। ਤੋ ਇਹ ਮਹਾਂਪੁਰਖ ਜਿਹੜੇ ਖੁਦ ਰੱਬੀ ਰੂਹ ਸੀ ਸੰਤ ਪ੍ਰੀਤਮ ਦਾਸ ਜੀ ਮਹਾਰਾਜ, ਅਸੀਂ ਇਹ ਕੌਤਕ ਜਿਹੜੇ ਆ ਕਿ ਦੇਖੇ ਹੋਏ ਆ, ਹੱਥ 'ਤੇ ਸਰੋਂ ਜਮਾਉਂਦੇ ਹੋਏ ਬਾਬਾ ਜੀ ਨੂੰ ਅਸੀਂ ਦੇਖਿਆ ਹੋਇਆ। ਔਰ ਉਹ ਜਿਹੜਾ ਡੇਰਾ ਉੱਥੇ ਸਿਮਰਨ ਵਾਲਾ ਡੇਰਾ, ਡੇਲੀ ਹਰ ਸੰਡੇ 4 ਵਜੇ ਸੁਖਮਨੀ ਸਾਹਿਬ ਦੇ ਜਾਪ ਸ਼ੁਰੂ ਹੋ ਜਾਂਦੇ ਨੇ, ਤਾਂ ਫਿਰ ਇਹ 12 ਵਜੇ ਫਿਰ ਸ਼ੁਰੂ ਹੋ ਜਾਂਦੇ ਨੇ। ਤਾਂ ਜਿੱਥੇ ਕਹਿੰਦੇ ਸੁੱਖਾਂ ਦੀ ਮਣੀ ਦਾ ਜਾਪ ਹੁੰਦਾ ਤੇ ਕੋਈ ਦੁੱਖ ਤਾਂ ਆਉਂਦਾ ਹੀ ਨਹੀਂ ਫਿਰ। ਤਾਂ ਇਸ ਤਰ੍ਹਾਂ ਫਿਰ ਸਰਕਾਰ ਨੇ ਜਿੱਦਾਂ ਦਿੱਤੀ ਸਾਨੂੰ ਪਰਮਿਸ਼ਨ, ਤਾਂ ਕੈਂਪ ਲੱਗਿਆ। ਤਾਂ ਇਹ 22 ਨਵੰਬਰ ਨੂੰ ਸ਼ੁਰੂ ਹੋਇਆ ਸੀਗਾ। ਤਾਂ 1000 ਦੇ ਕਰੀਬ OPD ਇੱਥੇ ਆਈ ਆ, 1000 ਦੇ ਕਰੀਬ OPD ਹੈ, ਜਿਹਦੇ ਚੋਂ 250 ਦੇ ਕਰੀਬ ਪੇਸ਼ੈਂਟ ਸਿਲੈਕਟ ਕੀਤੇ ਆ ਲੈਂਸ ਪਾਉਣ ਲਈ। ਔਰ 2500 ਦੀ OPD ਉਸ ਦਿਨ ਹੋਈ ਆ, ਔਰ ਅੱਜ 70 ਪੇਸ਼ੈਂਟ ਅੱਜ ਆਏ ਨੇ। ਹਾਂਜੀ, ਅਸੀਂ ਦੇਖ ਰਹੇ ਸੀ ਜਦੋਂ ਅਸੀਂ ਸਵੇਰੇ ਆਏ ਆ, ਜਦੋਂ ਛੁੱਟੀ ਦਿੱਤੀ ਗਈ ਆ ਸਾਰੇ ਮਰੀਜ਼ਾਂ ਨੂੰ, ਤਾਂ ਉਦੋਂ ਵੀ ਬਾਬਾ ਜੀ ਨੇ ਅਨਾਉਂਸਮੈਂਟ ਕੀਤੀ ਆ ਵੀ ਜਿਹੜੇ ਮਰੀਜ਼ ਆ ਰਹੇ ਆ ਉਹਨਾਂ ਦਾ ਵੀ ਚੈੱਕਅਪ ਕੀਤਾ ਜਾਵੇ। ਇਹ ਨਹੀਂ ਕਿ ਜਿਹੜੇ ਕੈਂਪ ਵਾਲੇ ਦਿਨ ਆਏ ਉਹੀ ਪੇਸ਼ੈਂਟ ਸਿਲੈਕਟ ਹੋ ਰਿਹਾ। ਜਿਸ ਤਰ੍ਹਾਂ ਕੱਲ੍ਹ ਵੀ 25-30 ਪੇਸ਼ੈਂਟ ਆਏ, ਉਹਨਾਂ ਦੀ ਵੀ ਸਲਿੱਪ ਬਣਾਈ ਗਈ ਆ। ਅੱਜ 70 ਪੇਸ਼ੈਂਟ ਆਏ, ਉਹਨਾਂ ਦੀ ਵੀ ਰਸੀਦਾਂ ਬਣੀਆਂ। ਔਰ ਇਸੇ ਤਰ੍ਹਾਂ ਸੋਮਵਾਰ ਤੱਕ ਆਪਰੇਸ਼ਨ ਚੱਲਣੇ ਆ। ਜਿਹਨੂੰ ਵੀ ਜ਼ਰੂਰਤ ਆ ਉਹ ਆ ਕੇ ਆਪਣੀ ਰਸੀਦ ਬਣਾ ਕੇ, ਸਲਿੱਪ ਬਣਾ ਕੇ ਆਪਣੀ ਫਾਈਲ ਤਿਆਰ ਕਰਵਾ ਸਕਦਾ। ਕਿਸੇ ਨੂੰ ਕੋਈ ਮਨਾਹੀ ਨਹੀਂ ਹੈ, ਕਿਉਂਕਿ ਇਹ ਕੁੰਭ ਆ, ਇਹ ਮਹਾਂਪੁਰਖਾਂ ਦਾ ਕੁੰਭ ਆ। ਕਹਿੰਦੇ ਵੱਧ ਹੋ ਜਾਵੇ ਤੋਟ ਨਾਈ। ਅਤੇ ਜਿੱਥੇ ਮਹਾਂਪੁਰਖਾਂ ਦੀਆਂ ਆਸ਼ੀਰਵਾਦਾਂ ਆ, ਜਿੱਥੇ ਉਹਨਾਂ ਦੀ ਅਰਦਾਸ ਹੈ, ਉੱਥੇ ਕਦੇ ਕਮੀ ਨਹੀਂ ਆਉਂਦੀ। ਉਹ ਲੋਕ ਬਾਹਰੋਂ ਬੈਠੇ ਬਾਬੇ ਨੂੰ ਇਸ਼ਾਰਾ ਕਰ ਰਹੇ ਕਿ ਬਾਬਾ ਜੀ ਕੋਈ ਪਰਵਾਹ ਨਹੀਂ, ਕੋਈ ਕਮੀ ਨਹੀਂ ਹੈ, ਜਿੰਨੇ ਪੇਸ਼ੈਂਟ ਤੁਸੀਂ ਸਿਲੈਕਟ ਕਰਨ, ਜਿਨ੍ਹਾਂ ਨੂੰ ਲੈਂਸ ਦੀ ਲੋੜ ਆ, ਸਭ ਨੂੰ ਪਾਣੇ ਆ। ਤਾਂ ਅਸੀਂ ਸਰਦਾਰ ਸੁੱਚਾ ਸਿੰਘ ਬੇਗਲ ਜੀ, ਬੀਬੀ ਅਮਰ ਕੌਰ ਜੀ, ਉਹਨਾਂ ਦੇ ਚਾਰੋਂ ਬੇਟੇ, ਕਿਉਂਕਿ ਕਈ ਵਾਰੀ ਹੁੰਦੀ ਕਿ ਜਿਹੜੀ ਉਹਨਾਂ ਦੀ ਆਪਣੇ ਅੱਗੇ ਬੱਚੇ ਹੁੰਦੇ ਉਹ ਇਸ ਚੀਜ਼ ਨੂੰ ਨਹੀਂ ਚੱਲਦੇ, ਪਰ ਉਹਨਾਂ ਦੇ ਬੱਚੇ ਵੀ ਇਸ ਤਰ੍ਹਾਂ ਦੇ ਬਹੁਤ ਵਧੀਆ ਬੱਚੇ ਨੇ। ਗੁਰੂ ਰਵਿਦਾਸ ਮਹਾਰਾਜ ਨੇ ਬਾਣੀ 'ਚ ਫਰਮਾਇਆ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵੰਨ। ਤਾਂ ਜਦੋਂ ਲੋਕਡਾਊਨ ਹੋਇਆ, ਅਸੀਂ ਵੀ ਬਾਬਾ ਜੀ ਨਾਲ ਹਰ ਰੋਜ਼ 2.5 ਮਹੀਨੇ ਜਿਹੜਾ ਰਾਸ਼ਨ ਵੰਡਿਆ ਗਿਆ। ਅਸੀਂ ਜਨਤਕ ਟੀਵੀ ਦੇ ਮਾਧਿਅਮ ਦੱਸਦੇ ਆ ਕਿ ਬਾਬਾ ਜੀ ਵੀ 2.5 ਮਹੀਨੇ ਡੇਰੇ ਦੇ ਵਿੱਚ ਨਹੀਂ ਬੈਠੇ, ਹਰ ਰੋਜ਼ 5-5, 6-6 ਪਿੰਡਾਂ ਵਿੱਚ ਜਾਂਦੇ ਸੀ, ਅਤੇ ਜਨਤਕ ਟੀਵੀ ਟੀਮ ਵੀ ਨਾਲ ਹੀ ਸੀਗੀ। ਅਤੇ ਉਦੋਂ ਵੀ ਉਹਨਾਂ ਨੇ ਜਦੋਂ ਲੋਕੀ ਪੂਰੀ ਤੰਗੀ ਦੇ ਵਿੱਚ ਸੀ, ਉਹਨਾਂ ਨੂੰ ਰਾਸ਼ਨ ਮੁਹੱਈਆ ਕਰਾਇਆ। ਅਤੇ ਅੱਜ ਵੀ ਜਿਹੜੇ ਲੋਕਾਂ ਦੇ ਨਿਗਾਹ ਦੀ ਰੌਸ਼ਨੀ ਜਾ ਰਹੀ ਆ, ਉਹਨਾਂ ਨੂੰ ਵੀ ਇੱਕ ਰੌਸ਼ਨੀ ਫਿਰ ਦੇ ਰਹੇ ਆ। ਕਿਉਂਕਿ ਉਹ ਲੋਕਾਂ ਨੇ ਨਾ ਗਰੀਬੀ ਦੇਖੀ ਹੋਈ ਆ, ਜਿਨ੍ਹਾਂ ਨੇ ਆਪਣੇ ਗਰੀਬੀ ਹੰਡਾਈ ਹੁੰਦੀ ਆ, ਉਹ ਗਰੀਬਾਂ ਨਾਲ ਜੁੜ ਕੇ ਰਹਿੰਦੇ ਆ। ਤਾਂ ਬਾਬਾ ਜੀ ਵੀ ਕਈ ਵਾਰ ਸਾਨੂੰ ਸਤਸੰਗ ਕਰਦੇ ਸ਼ਾਮ ਦੱਸਦੇ ਹੁੰਦੇ ਆ ਕਿ ਸਾਨੂੰ ਬਾਬਾ ਜੀ ਨੇ ਭਿਕਸ਼ਾ ਮੰਗਾਈ ਬਹੁਤ ਜ਼ਿਆਦਾ, ਅਤੇ ਪਿੰਡ ਦੇ ਵਿੱਚ ਭਿਕਸ਼ਾ ਮੰਗ ਕੇ ਦੁੱਧ ਲੈ ਕੇ ਆਉਣਾ, ਭਿਕਸ਼ਾ ਮੰਗ ਕੇ ਰਾਸ਼ਨ ਲੈ ਕੇ ਆਉਣਾ, ਰੋਟੀ ਦਾਲ ਸਬਜ਼ੀ ਲਿਆ ਕੇ ਆਉਣੀ। ਜੇ 2-3 ਦਾਲਾਂ ਸਬਜ਼ੀਆਂ ਕਹਿੰਦੇ ਇਕੱਠੀਆਂ ਹੋ ਜਾਣੀਆਂ ਅਤੇ ਉਹ ਇੱਕ ਜਗ੍ਹਾ ਮਿਕਸ ਕਰਕੇ ਤੁੜਕਾ ਲਾ ਲੈਣਾ, ਕਹਿਣਾ ਅੰਦਰ ਜਾ ਕੇ ਇਕੱਠੀਆਂ ਹੋਣੇ, ਬਾਬੇ ਜੀ ਨੇ ਉਹੀ ਸਾਰੀਆਂ ਕਰਕੇ ਅਤੇ ਉਹੀ ਫੁਲਕੇ ਗਰਮ ਕਰਕੇ ਉਹੀ ਖਾਣੀ, ਕਿਉਂਕਿ ਨਿਮਰਤਾ ਲਿਆਂਦੀ ਬਾਬਾ ਜੀ ਨੇ। ਤਾਂ ਬਾਬਾ ਜੀ ਦਾ ਆਸ਼ੀਰਵਾਦ ਆ, ਅਤੇ ਅੱਜ ਉਹ ਬੜੇ ਬੜੇ ਬੁੱਟੇ ਲੱਗ ਰਹੇ ਆ। ਅਤੇ ਜਿੱਥੇ ਬਾਬਾ ਜੀ ਨੇ ਮੈਡੀਕਲ ਦਾ ਕੁੰਭ ਲਾਇਆ, ਅਤੇ ਤੁਸੀਂ ਦੇਖਿਆ ਕਿ ਐਜੂਕੇਸ਼ਨ ਦਾ ਬੜਾ ਵੱਡਾ ਕੁੰਭ ਲੱਗਾ ਹੋਇਆ। ਜਿੱਦਾਂ ਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ 'ਚ ਵੀ ਫਰਮਾਉਂਦੇ ਆ, ਅਤੇ ਸੰਤ ਮਹਾਂਪੁਰਸ਼ ਉੱਤੇ ਚੱਲ ਰਹੇ ਆ, ਪਰ ਕਈ ਲੋਕ ਅਸੀਂ ਬਹੁਤ ਦੇਖ ਰਹੇ ਕਿੰਤੂ ਪਰੰਤੂ ਬਹੁਤ ਕਰਦੇ ਆ। ਇਸ ਤਰ੍ਹਾਂ ਜਿਹੜਾ ਖਾਲੀ ਭਾਂਡਾ ਉਹ ਖੜਕਦਾ ਹੁੰਦਾ ਆ, ਅਤੇ ਜਿਹੜਾ ਭਾਂਡਾ ਭਰਿਆ ਹੁੰਦਾ ਕਦੇ ਖੜਕਦਾ ਨਹੀਂ ਹੈਗਾ। ਜਿਨ੍ਹਾਂ ਨੂੰ ਕੋਈ ਕੰਮ ਕਰਨੀ, ਉਹਨਾਂ ਨੇ ਵਿਰੋਧਤਾ ਕਰਨੀ, ਉਹਨਾਂ ਕੋਲ ਕੰਮ ਨਹੀਂ ਹੈਗਾ। ਜਿਹੜਾ ਬੰਦਾ ਕੰਮ ਕਰਨ ਵਾਲਾ ਨਾ, ਉਹ ਕਦੇ ਕਿਸੇ ਦੇ ਅਗੇਂਸਟ ਨਹੀਂ ਬੋਲਦਾ, ਵਿਰੁੱਧ ਨਹੀਂ ਬੋਲਦਾ, ਕਿਉਂਕਿ ਵਕਤ ਹੀ ਹੈ ਨਹੀਂਗਾ, ਉਹ ਕੋਈ ਵਕਤ ਹੈ ਨਹੀਂਗਾ। ਹੁਣ ਤਾਂ ਕਿ ਅੱਜ ਮੈਂ ਆ ਕੀਤਾ, ਕੱਲ੍ਹ ਨੂੰ ਇਸ ਤੋਂ ਵਧੀਆ ਕਰਾਂ, ਪਰਸੋਂ ਇਸ ਤੋਂ ਵਧੀਆ ਕਰਾਂ। ਇਸ ਕਰਕੇ ਜਿਨ੍ਹਾਂ ਨੇ ਕਹਿੰਦੇ ਪਰਮਾਤਮਾ ਨੇ ਇਹਨਾਂ ਇੱਕ ਨਾਟਕ ਬਣਾਇਆ, ਇਹ ਨਾਟਕ ਦੇ ਸਾਰੇ ਹਿੱਸੇਦਾਰ ਨੇ। ਜਿਹੜੀ ਕਿਸੇ ਨੂੰ ਡਿਊਟੀ 'ਤੇ ਉਹ ਕਰ ਰਿਹਾ, ਕਰਨ ਦੇਣੀ ਚਾਹੀਦੀ ਆ। ਆਪਾਂ ਕਿਹਦਾ ਵਿਰੋਧ ਹੀ ਨਹੀਂ ਕਰਦੇ, ਕਹਿੰਦੇ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਔਰ ਇੱਥੇ ਦੇ ਇੰਚਾਰਜ ਇਸ ਥਾਣੇ ਦੇ ਬਹੁਤ ਹੀ ਸਤਿਕਾਰਯੋਗ ਬਲ ਸਾਹਿਬ ਸਾਡੇ ਵਿੱਚ ਆਏ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਬੜੀ ਮਾਲਕ ਦੀ ਕਿਰਪਾ ਇਹਨਾਂ 'ਤੇ। ਤਾਂ ਜਿਸ ਦਿਨ ਤੋਂ ਇਹ ਸ਼ੁਰੂ ਹੋਇਆ, ਉਸ ਦਿਨ ਤੋਂ ਹੀ ਸਾਡੇ ਨਾਲ ਇਸ ਇਲਾਕੇ ਦੇ ਵਿੱਚ ਔਰ ਦਿਨ ਪਰ ਰਾਤ ਸੇਵਾ ਨਿਭਾ ਰਹੇ ਆ। ਤਾਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਸੇਵਾ ਨਿਭਾ ਰਹੇ ਆ। ਅਤੇ ਅਸੀਂ ਬੇਨਤੀ ਕਰਾਂਗੇ, ਉਹ ਅਜੇ ਉਹਨਾਂ ਨੂੰ ਅਸੀਂ ਦਿਖਾਇਆ ਕਿ ਦੇਖੋ ਇਹ ਬਾਹਰਲੇ ਸੰਗਤ ਜਿਹੜੀ ਆ ਕਿਸ ਤਰ੍ਹਾਂ ਸੇਵਾ ਕਰਦੀ ਆ, ਕਿਸ ਤਰ੍ਹਾਂ ਸੇਵਾ ਨਿਭਾਉਂਦੀ ਆ। ਅਤੇ ਸਾਡੇ ਵਿੱਚ ਆਏ, ਅਸੀਂ ਉਹਨਾਂ ਸਵਾਗਤ ਕਰਦੇ ਹਾਂ। ਅਤੇ ਉਹ ਵੀ ਆਪ ਜੀ ਦੇ ਨਾਲ ਰੂਬਰੂ ਹੋਣਗੇ। ਸਰਦਾਰ ਕੁੰਵਰਜੀਤ ਸਿੰਘ ਜੀ ਬਲ ਸਾਹਿਬ ਤਾਂ ਆਪ ਜੀ ਦੇ ਨਾਲ ਰੂਬਰੂ ਹੋਣਗੇ। ਧੰਨਵਾਦ ਜੀ ਆਪ ਜੀ ਦਾ ਇੱਥੇ ਆਉਣ 'ਤੇ, ਸੰਗਤਾਂ ਨਾਲ ਰੂਬਰੂ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਇਲਾਕੇ ਦਾ ਮੁੱਖ ਅਫਸਰ ਹਾਂ ਜੀ,
ਮੇਰੇ ਠਾਣਾ ਇਲਾਕੇ ਵਿੱਚ ਪੈਂਦਾ ਬਾਬਾ ਜੀ ਦਾ ਡੇਰਾ। ਬਾਬਾ ਜੀ ਦੇ ਡੇਰੇ ਤੇ ਆਣ ਕੇ ਬੜੀ ਸ਼ਾਂਤੀ ਮਿਲਦੀ ਆ, ਬੜਾ ਡਿਸਪਲਿਨ ਆ ਬਾਬਾ ਜੀ ਦਾ। ਅਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਡੇਰੇ ਤੇ ਚੱਕਰ ਲਗਾਉਂਦੇ ਰਹਿੰਦੇ ਆ। ਜਦੋਂ ਆਈਦਾ ਵਾ ਬਾਬਾ ਜੀ ਦਾ ਡਿਸਪਲਿਨ ਦੇਖ ਕੇ ਬੜਾ ਮਨ ਖੁਸ਼ ਹੁੰਦਾ। ਪਰਮਾਤਮਾ ਦੀ ਬੜੀ ਕਿਰਪਾ ਆ। ਪੰਜਾਬ ਸਰਕਾਰ ਦੀਆਂ ਕੋਵਿਡ ਸੰਬੰਧੀ ਜੋ ਹਦਾਇਤਾਂ ਆ ਬਾਬਾ ਜੀ ਉਹਦੀ ਪੂਰੀ ਪਾਲਣਾ ਕਰਦੇ ਆ। ਉਹ ਪਾਲਣਾ ਦੇ ਨਾਲ ਸਮਾਜ ਸੇਵਾ ਵੀ ਕਰ ਰਹੇ ਆ। ਇੱਦਾਂ ਦੇ ਗਰੀਬ ਲੋਕ ਇੱਥੇ ਆਣ ਕੇ ਜਿਹੜੇ ਕਿਤੇ ਆਪਣਾ ਇਲਾਜ ਨਹੀਂ ਕਰਾ ਸਕਦੇ, ਇਹ ਮਹਾਂਪੁਰਖਾਂ ਦੇ ਡੇਰੇ ਤੇ ਆਣ ਕੇ ਆਪਣਾ ਇਲਾਜ ਕਰਾ ਕੇ ਆਪਣੀ ਤਸੱਲੀ ਨਾਲ ਆਪਣੇ ਘਰ ਜਾ ਰਹੇ ਨੇ। ਬੜੀ ਖੁਸ਼ੀ ਹੁੰਦੀ ਇਸ ਡੇਰੇ ਤੇ ਆਣ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਹੁਤ ਧੰਨਵਾਦ ਜੀ। ਅਸੀਂ ਤੁਹਾਡੇ ਲਈ ਵੀ ਅਰਦਾਸ ਕਰਦੇ ਹਾਂ, ਤੁਸੀਂ ਵੀ ਦਿਨ ਦੁਗਣੀ ਰਾਤ ਚੌਗਣੀ ਤੁਹਾਨੂੰ ਪਾਤਸ਼ਾਹ ਕਿਰਪਾ ਆਪਣੀ ਬਖਸ਼ਿਸ਼ ਕਰਨ, ਤੁਹਾਨੂੰ ਲੰਮੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰੇ। ਕਿਉਂਕਿ ਸਮਾਜ ਸੇਵਕ ਦੀ ਹਮੇਸ਼ਾ ਹੀ ਜੋ ਚੰਗੀ ਸਿਹਤ ਆ ਜਾਂ ਚੰਗੀ ਸੋਝੀ ਵਾਲੇ ਲੋਕਾਂ ਦੇ ਨਾਲ ਮਿਲ ਕੇ ਚੰਗਾ ਹੀ ਸਮਾਜ ਸਿਰਜਣਾ ਹੋ ਜਾਂਦੀ ਆ। ਤੋ ਸਾਡੇ ਇਲਾਕੇ ਵਿੱਚ ਜਿੱਦਣ ਦੇ ਆਏ ਆ ਬਹੁਤ ਬੜੀ ਸ਼ਾਂਤੀ ਆ, ਔਰ ਸ਼ਰਾਰਤੀ ਅਨਸਰ ਜਿਹੜੇ ਹੈਗੇ ਆ ਉਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਆਫੀਸਰ ਚੰਗੇ ਹੋਣ ਤਾਂ ਉਹ ਡਰ ਦੇ ਨਾਲ ਹੀ ਚੁੱਪ ਕਰ ਜਾਂਦੇ ਆ। ਅਤੇ ਸਾਡੇ ਇਲਾਕੇ ਦੇ ਵਿੱਚ ਬੜੀ ਸ਼ਾਂਤੀ ਆ ਔਰ ਬੜੇ ਸੋਝੀ ਵਾਲੇ ਲੋਕ ਆ। ਔਰ ਜਿਹੜੇ ਸ਼ਰਾਰਤੀ ਅਨਸਰ ਆ ਉਹ ਪਤਾ ਲੱਗਿਆ ਇਹਨਾਂ ਦੇ ਆਉਣ 'ਤੇ ਉਹ ਸਾਰੇ ਸਹਿਮ ਕੇ ਇੱਕ ਸਾਈਡ 'ਤੇ ਹੋ ਗਿਆ ਵੀ ਕਿਤੇ ਇਸ ਤਰ੍ਹਾਂ ਦੀ ਕੋਈ ਘਟਨਾ ਸਾਡੇ ਇਲਾਕੇ ਵਿੱਚ ਕੋਈ ਇਸ ਤਰ੍ਹਾਂ ਦੀ ਨਹੀਂ ਹੋਈ। ਤਾਂ ਮਾਲਕ ਦੀ ਬਖਸ਼ਿਸ਼ ਆ। ਅੱਜ ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਆਪ ਜੀ ਨੂੰ ਮਹਾਰਾਜ ਆਪਣੇ ਦਰੋਂ ਕੋਲੋਂ ਆਸ਼ੀਰਵਾਦ ਪ੍ਰਦਾਨ ਕਰਨ ਔਰ ਸੋਝੀ ਪ੍ਰਦਾਨ ਕਰਨ, ਸੰਗਤ ਦੀ ਸੇਵਾ ਕਰਨ ਦੀ ਹੋਰ ਮਾਲਕ ਤੁਹਾਨੂੰ ਆਪਣੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਸ਼ੀਰਵਾਦ ਪ੍ਰਦਾਨ ਕਰਨ। ਆਓ ਆਪਾਂ ਜੁੜੀਏ। ਜਨਤਕ ਟੀਵੀ ਜੋ ਸਾਡਾ ਸਾਰੇ ਵਰਲਡ ਦੇ ਵਿੱਚ ਇਸ ਵੇਲੇ ਸੇਵਾ ਨਿਭਾ ਰਿਹਾ, ਤਾਂ ਬਾਬਾ ਜੀ ਦਾ ਜੋ ਕੈਂਪ ਹੈ ਅੱਖਾਂ ਦਾ ਫ੍ਰੀ ਲੈਂਸ ਪਾਏ ਗਏ ਔਰ ਆਪਣੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਇਹ ਸਾਡਾ 8 ਦਿਨ ਤੱਕ ਇਹ ਸਾਰਾ ਕੈਂਪ ਚੱਲੇਗਾ। ਜਦੋਂ ਤੱਕ ਇਹ ਸਾਰਾ ਸੰਪੂਰਨ ਨਹੀਂ ਹੋਏਗਾ ਉਦੋਂ ਤੱਕ ਇਸੇ ਤਰ੍ਹਾਂ ਹੀ ਇਹ ਸੇਵਾ ਚੱਲਦੀ ਰਹੇਗੀ। ਤਾਂ ਅਸੀਂ ਧੰਨਵਾਦ ਕਰਦੇ ਹਾਂ ਜਨਤਕ ਟੀਵੀ ਦਾ ਅਤੇ ਔਰ ਸਾਰੀ ਟੀਮ ਦਾ। ਗੁਰੂ ਪਾਤਸ਼ਾਹ ਇਹਨਾਂ ਨੂੰ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ ਕਰੇ। ਤਾਂ ਮੈਂ ਕੈਮਰੇ ਵਾਲੇ ਨੂੰ ਉਹਨਾਂ ਨੂੰ ਵੀਰ ਨੂੰ ਆਪਣੇ ਛੋਟੇ ਭੀਮ ਜੀ ਨੂੰ ਕਹਾਂਗਾ ਕਿ ਜਿਹੜੇ ਲੈਂਸ ਪਾ ਕੇ ਗਏ ਉਹਨਾਂ ਦਾ ਵੀ ਥੋੜ੍ਹਾ ਰਿਕਾਰਡਿੰਗ ਕਰੋ, ਅਤੇ ਜਿਹੜੇ ਆਪਣੇ ਬੈਠੇ ਆ ਬਜ਼ੁਰਗ ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਪਤਾ ਲੱਗੇ ਸੰਗਤ ਨੂੰ ਕਿ ਇਹ ਲੋਕ ਸਾਡੇ ਸਾਰਾ ਹੀ ਦਿਹਾਤੀ ਲੋਕ ਆ ਔਰ ਮਿਹਨਤੀ ਲੋਕ ਆ ਔਰ ਗਰੀਬ ਵਰਗ ਆ ਜਿਨ੍ਹਾਂ ਨੂੰ ਮਾਲਕ ਨੇ ਬਖਸ਼ਿਸ਼ ਕੀਤੀ, ਸਾਨੂੰ ਸੇਵਾ ਦਿੱਤੀ ਆ ਅਤੇ ਅੱਜ ਬਹੁਤ ਖੁਸ਼ ਹੋ ਕੇ ਜਾ ਰਹੇ ਆ ਜਿਨ੍ਹਾਂ ਦੇ ਲੈਂਸ ਪਏ ਆ, ਅਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਜਾਇਓ। ਧੰਨਵਾਦ ਜੀ। ਰਾਮ ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ। ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ। ਮੋਹਿ ਨਾ ਵਿਸਾਰੋ, ਮੋਹਿ ਨਾ ਵਿਸਾਰੋ, ਮੈਂ ਜਨ ਤੇਰਾ, ਰਾਮ ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ। ਜੀ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਸੁੰਦਰ ਨਗਰ ਤੋਂ। ਆਪਰੇਸ਼ਨ ਤੁਹਾਡਾ ਠੀਕ ਹੋ ਗਿਆ ਜੀ? ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ, ਠੀਕ ਠਾਕ ਹੋ ਗਈ। ਕੋਈ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਹੋਈ? ਨਹੀਂ ਜੀ ਨਹੀਂ ਜੀ, ਪਰੇਸ਼ਾਨੀ ਨਹੀਂ ਹੋਈ ਕੋਈ। ਜਿਹੜਾ ਅਰੇਂਜਮੈਂਟ ਕੀਤਾ ਗਿਆ ਬਾਬਾ ਜੀ ਵੱਲੋਂ ਤੁਸੀਂ ਠੀਕ ਹੈ? ਹਾਂਜੀ ਹਾਂਜੀ ਬਹੁਤ ਵਧੀਆ ਸੀਗਾ। ਤੁਹਾਡੇ ਕੋਲ ਪੈਸਾ ਤਾਂ ਨਹੀਂ ਲਿਆ ਗਿਆ ਕੋਈ? ਨਹੀਂ ਜੀ ਪੈਸਾ ਨਹੀਂ ਕੋਈ ਲਏ ਹੈਗੇ, ਨਾ ਕੋਈ ਦਵਾਈ ਦੇ ਲਏ ਨਾ ਆਪਰੇਸ਼ਨ ਦੇ ਲਏ। ਜਿਹੜਾ ਆਪਰੇਸ਼ਨ ਸਾਡਾ ਠੀਕ ਠਾਕ ਹੋਇਆ, ਸੋ ਸਵੇਰ ਨੂੰ ਇਹਨਾਂ ਦੀਆਂ ਪੱਟੀਆਂ ਖੋਲੀਆਂ ਜਾਣਗੀਆਂ
ਤੋ ਜਿੱਥੇ ਅਸੀਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਜਨਤਕ ਟੀਵੀ ਵੱਲੋਂ ਬੇਗਲ ਪਰਿਵਾਰ ਦਾ, ਜੋ ਯੂਕੇ ਦੇ ਵਿੱਚ ਹਰ ਸਾਲ ਬਾਬਾ ਜੀ ਦੇ ਸਹਿਯੋਗ ਨਾਲ ਜਿਹੜਾ ਕੈਂਪ ਲੱਗਦਾ ਹੈ, ਬੇਗਲ ਪਰਿਵਾਰ ਦੇ ਸਹਿਯੋਗ ਨਾਲ ਲੱਗਦਾ ਹੈ, ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ऑपरेशन आपका ठीक हुआ ना? ठीक है, कोई दिक्कत वगैरह तो नहीं है? दिक्कत नहीं कोई है पैसा नहीं तो नहीं लगा आपको? ना, ये को पैसा नहीं लगा। तो आप क्या काम करते हो? शीतल फैक्ट्री में रहते हैं, लिफ्ट चलाते हैं। ये कब तक की आपकी आँख तो ये प्रॉब्लम थी? हो गया 3 साल। 3 साल हो गए? जी, पहले क्यों नहीं करवाया आपने ऑपरेशन? मालूम नहीं था, नहीं, कोई पैसे की तंगी थी या? पैसा का दिक्कत था। तो अभी तो आपका बिल्कुल फ्री हुआ ना? हाँ, फ्री हुआ। बाबा जी ने जो सारा प्रबंध किया है आपको ठीक लगा जी? बहुत अच्छा है। ऑपरेशन ठीक ठाक होया जी? हाँ जी, बहुत ਵਧੀਆ ਜੀ। कोई पैसा तो नहीं लिया ਤੁਹਾਡੇ ਤੋਂ? ਨਾ ਜੀ, ਕੋਈ ਪੈਸਾ ਨਹੀਂ ਲਿਆ ਜੀ। ਬਾਬਾ ਜੀ ਨੇ ਜਿਹੜਾ ਅਰੇਂਜਮੈਂਟ ਕੀਤਾ ਕਿੱਦਾਂ ਲੱਗਾ ਤੁਹਾਨੂੰ? ਇੰਨਾ ਵਧੀਆ ਕੋਈ ਵੀ ਨਹੀਂ ਕਰ ਸਕਦਾ ਜਿੰਨਾ ਬਾਬਾ ਜੀ ਨੇ ਕੀਤਾ। ਅਰੇਂਜਮੈਂਟ ਵਧੀਆ। ਕਿੰਨੀ ਉਮਰ ਹੈ ਤੁਹਾਡੀ? ਮੇਰੀ 74 ਸਾਲ ਦੀ। ਕਿੰਨੇ ਸਾਲ ਤੋਂ ਸੀ ਤੁਹਾਡੀ ਅੱਖ ਦੀ ਜਿਹੜੀ ਇੱਦਾਂ ਰੋਸ਼ਨੀ? ਇਹ 2 ਸਾਲ ਹੀ ਹੋਏ ਜੀ ਜ਼ਿਆਦਾ। ਹਾਂਜੀ,